ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਬੂਨ ਸਿੰਘ ਰਾਜਸਥਾਨ ਸੀ। ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ, ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ ਹਾਂ। ਕਰੀਏ ਦਿਲ ਦੀਆਂ ਗੱਲਾਂ। ਅਸੀਂ ਉਸ ਮਹਿਮਾਨ ਨੂੰ ਆਪ ਜੀ ਦੇ ਰੂਬਰੂ ਕਰਾਉਂਦੇ ਹਾਂ। ਉਹ ਮਹਿਮਾਨ ਜਿਨ੍ਹਾਂ ਦਾ ਗੁਰਮਤ ਨਾਲ, ਜਿਨ੍ਹਾਂ ਦਾ ਪੰਜਾਬੀ ਭਾਸ਼ਾ ਦੇ ਨਾਲ, ਜਿਨ੍ਹਾਂ ਦਾ ਸਿੱਖੀ ਦੇ ਨਾਲ, ਜਿਨ੍ਹਾਂ ਦਾ ਮਨੁੱਖਤਾ ਦੇ ਨਾਲ ਸਿੱਧਾ ਸੰਬੰਧ ਹੋਵੇ ਔਰ ਜ਼ਿੰਦਗੀ ਭਰ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਮਨੁੱਖਤਾ ਦੀ ਸੇਵਾ ਵਾਸਤੇ ਲਾਇਆ ਹੋਵੇ ਔਰ ਕਿਰਤ ਕਰਕੇ ਆਪਣੀ ਜ਼ਿੰਦਗੀ ਨੂੰ ਬਿਤਾ ਰਹੇ ਹੋ। ਰੋਜ਼ਾਨਾ ਮਹਿਮਾਨ ਲੈ ਕੇ ਆਉਂਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਉਸ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਾਈਏ ਜਿਹੜੇ ਮਹਿਮਾਨ ਨੂੰ ਮਿਲ ਕੇ ਆਪ ਜੀ ਦੇ ਮਨ 'ਚ ਖੁਸ਼ੀ ਪੈਦਾ ਹੋਵੇ, ਆਪ ਜੀ ਦੇ ਮਨ 'ਚ ਚਾਹ ਪੈਦਾ ਹੋਵੇ, ਆਪ ਜੀ ਦੇ ਮਨ ਨੂੰ ਇਹ ਲੱਗੇ ਕਿ ਅੱਜ ਦੇ ਮਹਿਮਾਨ ਨੂੰ ਮਿਲ ਕੇ ਸਾਨੂੰ ਲੱਗਿਆ ਹੈ ਕਿ ਅਸੀਂ ਆਪਣੇ ਦਿਲ ਦੀਆਂ ਗੱਲਾਂ, ਉਸਦੇ ਦਿਲ ਦੀਆਂ ਗੱਲਾਂ ਤੇ ਇਸ ਪ੍ਰੋਗਰਾਮ ਦੇ ਦਿਲ ਦੀਆਂ ਗੱਲਾਂ ਅਸੀਂ ਸਮਝ ਸਕੇ। ਮੈਂ ਬੜੇ ਅਦਬ ਤੇ ਸਤਿਕਾਰ ਨਾਲ ਅੱਜ ਜਿਹੜੇ ਮਹਿਮਾਨ ਨੂੰ ਮੈਂ ਸੱਦਾ ਦੇਣ ਜਾ ਰਿਹਾ, ਇਹ ਮਹਿਮਾਨ ਸਿੱਖਾਂ ਦੇ ਧਰਮ ਦੇ ਅੰਦਰ, ਯਾਨੀ ਕਿ ਮੈਂ ਕਹਾਂ ਕਿ ਦੁਨੀਆ ਦੇ ਸਭ ਤੋਂ ਨਵੇਕਲੇ ਧਰਮ ਦੇ ਅੰਦਰ ਜਿਹੜੀ ਕਲਮ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਨੇੜਤਾ ਪ੍ਰਾਪਤ ਕੀਤੀ, ਪਿਆਰ ਪ੍ਰਾਪਤ ਕੀਤਾ, ਅਸੀਸ ਪ੍ਰਾਪਤ ਕੀਤੀ, ਉਸ ਮਹਾਨ ਸ਼ਖਸੀਅਤ ਭਾਈ ਨੰਦ ਲਾਲ ਜੀ ਦੀ 9ਵੀਂ ਪੀੜ੍ਹੀ ਦੇ ਵਿੱਚੋਂ ਪ੍ਰੀਤ ਮੋਹਨ ਸਿੰਘ ਜੀ, ਸਰਦਾਰ ਪ੍ਰੀਤ ਮੋਹਨ ਸਿੰਘ ਜੀ, ਜਿਹੜੇ ਕਿ ਕਪੂਰ ਸਾਹਿਬ ਅੱਜ ਸਾਡੇ ਨਾਲ ਕੈਲੀਫੋਰਨੀਆ ਤੋਂ ਜੁੜੇ ਨੇ। ਜੀ ਆਇਆਂ ਨੂੰ ਸਰਦਾਰ ਪ੍ਰੀਤ ਮੋਹਨ ਸਿੰਘ ਜੀ, ਕੈਲੀਫੋਰਨੀਆ USA ਤੋਂ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਸਰਦਾਰ ਪ੍ਰੀਤ ਜੀ ਸਰਦਾਰ ਪ੍ਰੀਤ ਮੋਹਨ ਸਿੰਘ ਜੀ, ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋ ਜੀ। ਹਾਂਜੀ, ਸਭ ਤੋਂ ਪਹਿਲੇ ਮੈਂ ਸਰਦਾਰ ਕੁਲਮੋਹਨ ਸਿੰਘ ਜੀ ਤੇ ਚੜ੍ਹਦੀ ਕਲਾ ਟੀਵੀ ਵਾਲੇ ਦਾ ਅਤਿਅੰਤ ਥੈਂਕਫੁਲ ਹਾਂ ਕਿ ਉਹਨਾਂ ਨੇ ਮੈਨੂੰ ਆਪਣੇ ਇਸ ਪਲੇਟਫਾਰਮ ਤੇ ਬੁਲਾਇਆ ਤੇ ਮੈਨੂੰ ਆਪਣੇ ਧਰਮ ਦੇ ਬਾਰੇ, ਆਪਣੇ ਪਰਿਵਾਰ ਦੇ ਬਾਰੇ ਬੋਲਣ ਦਾ ਮੌਕਾ ਦਿੱਤਾ। ਸੋ ਸਰਦਾਰ ਪ੍ਰੀਤ ਮੋਹਨ ਸਿੰਘ ਜੀ, ਤੁਸੀਂ ਬੜੇ ਸੋਹਣੇ ਸ਼ਬਦਾਂ ਦੇ ਅੰਦਰ ਆਪਣੇ ਸ਼ੁਰੂਆਤੀ ਸ਼ਬਦ ਸਾਨੂੰ ਬੋਲੇ ਨੇ। ਵਾਹਿਗੁਰੂ ਜੀ ਕਿਰਪਾ ਕਰਨ ਕਿ ਅਸੀਂ ਅੱਜ ਦਿਲ ਦੀਆਂ ਗੱਲਾਂ ਕਰਨੀਆਂ ਨੇ। ਸਮਾਂ ਸਾਡੇ ਕੋਲ ਬੜਾ ਸੀਮਤ ਹੈ, ਕੇਵਲ ਅੱਧੇ ਘੰਟੇ ਦਾ, ਲੇਕਿਨ ਇਸ ਅੱਧੇ ਘੰਟੇ ਦੇ ਵਿਚਕਾਰ ਅਸੀਂ ਤੁਹਾਡੇ ਕੋਲ ਕਹਿੰਦੇ ਗੁਰਮਤ ਦੇ ਸਮੁੰਦਰ ਦੇ ਵਿੱਚੋਂ ਭਾਈ ਨੰਦ ਲਾਲ ਜੀ ਦੀ 9ਵੀਂ ਪੀੜ੍ਹੀ ਹੋਣ ਦੇ ਜੋ ਆਪ ਜੀ ਨੂੰ ਮਾਣ ਪ੍ਰਾਪਤ ਹੈ, ਉਸ ਕਰਕੇ ਅਸੀਂ ਉਸ ਸਮੁੰਦਰ ਦੇ ਵਿੱਚੋਂ ਇਸ ਗਾਗਰ ਵਿੱਚ ਇਕੱਠਾ ਕਰਨਾ ਹੈ। ਗਾਗਰ ਹੈਗੀ ਹੈ ਕਰੀ ਦੀਆਂ ਗੱਲਾਂ। ਸੋ ਸਰਦਾਰ ਪ੍ਰੀਤ ਮੋਹਨ ਸਿੰਘ ਜੀ, ਤੁਸੀਂ 9ਵੀਂ ਪੀੜ੍ਹੀ ਭਾਈ ਨੰਦ ਲਾਲ ਜੀ ਦੇ, ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ 52 ਕਵੀਆਂ ਦੇ ਵਿੱਚੋਂ ਉਹ ਸਥਾਨ ਹਾਸਲ ਕੀਤਾ, ਜਿਨ੍ਹਾਂ ਕਵੀਆਂ ਨੇ ਇਸ ਸੰਸਾਰ ਦੇ ਅੰਦਰ ਮਨੁੱਖਤਾ ਨੂੰ ਆਪਣੀ ਕਲਮ ਦੇ ਰਾਹੀਂ ਉਹ ਸੰਦੇਸ਼ ਦਿੱਤਾ ਹੈ, ਜਿਹੜਾ ਸੰਦੇਸ਼ ਮਨੁੱਖਤਾ ਨੂੰ ਪਿਆਰ ਦਾ, ਭਾਈਚਾਰੇ ਦਾ ਸੰਦੇਸ਼, ਜਿਸ ਦੀ ਬੁਨਿਆਦ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਜਿਹੜੀ ਸੋਚ ਦੀ ਜਿਹੜੀ ਕਲਪਨਾ ਕੀਤੀ ਸੀ ਕਿ ਮੈਂ ਐਸੇ ਸੰਸਾਰ ਦੀ, ਇੱਕ ਐਸੇ ਮਨੁੱਖ ਦੀ ਕਲਪਨਾ ਕੀਤੀ ਸੀ ਜਿਹਦਾ ਸਰੂਪ ਤਿਆਰ ਕਰਾਂਗਾ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, 10ਵੀਂ ਗੁਰੂ ਨਾਨਕ ਜੋਤ ਨੇ ਸੰਪੂਰਨ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਉਹ ਸੰਦੇਸ਼ ਜਿਹੜਾ ਹੈ ਸਾਡੇ ਕੋਲ ਪਹੁੰਚਾਇਆ ਹੈ। ਸੋ ਆਪ ਜੀ ਉਹਨਾਂ ਦੇ 9ਵੀਂ ਪੀੜ੍ਹੀ ਵਿੱਚੋਂ ਹੋ। ਜਦੋਂ ਕਦੀ ਵੀ, ਸਭ ਤੋਂ ਪਹਿਲਾ ਮੇਰਾ ਸਵਾਲ ਜਿਹੜਾ ਤੁਹਾਡਾ ਗੱਲਬਾਤ ਦਾ ਹੈਗਾ ਕਿ ਉਹ ਇਹੀ ਹੈ ਕਿ ਜਦੋਂ ਆਪ ਜੀ ਨੂੰ ਭਾਈ ਨੰਦ ਲਾਲ ਜੀ ਦੀ 9ਵੀਂ ਪੀੜ੍ਹੀ ਕੇ ਸੰਬੋਧਨ ਕੀਤਾ ਜਾਂਦਾ ਹੈ ਤੇ ਉਸ ਵੇਲੇ ਆਪ ਜੀ ਨੂੰ ਕੈਸਾ ਲੱਗਦਾ? ਤੁਹਾਡਾ ਸਵਾਲ ਬਹੁਤ ਜ਼ਬਰਦਸਤ ਹੈ। ਪਹਿਲਾ ਤੇ ਮੈਨੂੰ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਾਂਗਾ ਕਿ ਭਾਈ ਨੰਦ ਲਾਲ ਜੀ ਦਾ ਚਰਿੱਤਰ ਮੇਰੇ ਤੇ ਕੀ ਉਸਦਾ ਅਸਰ ਹੋਇਆ ਜਾਂ ਦੁਨੀਆ ਤੇ ਕੀ ਅਸਰ ਹੋਇਆ, ਮੈਂ ਉਸ ਨੂੰ ਕਾਫੀ ਰਿਸਰਚ ਕੀਤੀ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਭਾਈ ਸੰਤੋਖ ਸਿੰਘ ਜੀ ਨੇ ਥੋੜਾ ਜਿਹਾ ਡੈਫੀਨਿਟਲੀ ਉਹਨਾਂ ਦੇ ਬਾਰੇ ਲਿਖਿਆ ਤੇ ਉਹ ਮੈਂ ਤੁਹਾਨੂੰ ਅਰਜ਼ ਕਰਨਾ ਚਾਹਾਂਗਾ। ਜ਼ਰੂਰ।
भाई नंदलाल जाकी बुध है विशाल, गुर भय हाँ है जी, दयाल, दया प्रेम का भंडार है। जाके क्या नैनन बात में है। गुर, पुना बैनन में गुर, वाके सैनन जी। में गुर, गुर जिदे हम्म। आधार है। भाषा फारसी मझार, करे फजले तैयार, करे गजले तैयार, बोले प्रेम की बहार, जहां पड़े दरबार है। मन तन जान सारी, गुरदर्शन तुवारी, ताकि धन मतवारी, लियो जन्म सुधार है। ਇਹ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਦੇ ਬਾਰੇ ਲਿਖਿਆ ਸੀ, ਜਿਹੜਾ ਮੈਂ ਤੁਹਾਨੂੰ ਪ੍ਰੈਜ਼ੈਂਟ ਕੀਤਾ। ਭਾਈ ਨੰਦ ਲਾਲ ਜੀ ਦਾ जी। ਜਨਮ 1643 ਵਿੱਚ ਗਜ਼ਨੀ ਜਗ੍ਹਾ ਤੇ ਅਫਗਾਨਿਸਤਾਨ ਵਿੱਚ ਹੋਇਆ। ਭਾਈ ਨੰਦ ਲਾਲ ਜੀ ਦਾ ਜਨਮ ਗਜ਼ਨੀ ਉਹ ਸ਼ਹਿਰ ਹੈ ਜਿਹੜਾ ਸ਼ਿਮਲਾ ਜਿਸ ਤਰ੍ਹਾਂ 7,500 ਫੁੱਟ ਉੱਪਰ ਹੈ ਲੈਵਲ ਤੋਂ, ਧਰਤੀ ਸਮੁੰਦਰ ਲੈਵਲ ਤੋਂ ਉਹਨਾਂ ਉੱਚਾ ਸ਼ਹਿਰ ਹੈਗਾ ਅਫਗਾਨਿਸਤਾਨ ਦੇ ਵਿੱਚ। ਉਹ ਗਜ਼ਨੀ ਸ਼ਹਿਰ ਦੋ ਇੱਕ ਬੜੇ ਵਿਸ਼ਾਲ ਮੈਗਨੈਟਿਕ ਪਰਸਨੈਲਿਟੀ ਤੋਂ ਨਾਲ ਮਸ਼ਹੂਰ ਹੈ। ਪਹਿਲਾ ਤਾਂ ਮੁਹੰਮਦ ਗਜ਼ਨੀ, ਜਿਸ ਨੇ 17 ਵਾਰੀ ਇੰਡੀਆ ਦੇ ਉੱਤੇ ਹਮਲਾ ਕੀਤਾ। ਦੂਸਰੇ जी। ਹੋਏ ਲਾਲ ਜੀ, ਜਿਨ੍ਹਾਂ ਨੇ ਸਿੱਖ ਪੰਥ ਦੇ ਉੱਤੇ ਤੇ ਬਹੁਤ ਬੜੀ ਭਾਰੀ ਦੇਣ, ਇੱਕ ਲਿਟਰੇਰੀ ਦੇਣ ਦਾ ਆਪਣਾ ਦੇਣ ਦਾ ਯਤਨ ਕੀਤਾ। ਉਹਨਾਂ ਦਾ ਜਦੋਂ ਜਨਮ ਹੋਇਆ ਤਾਂ ਉਸ ਤੋਂ ਬਾਅਦ 12 ਸਾਲ ਦੀ ਉਮਰ ਵਿੱਚ ਵੀ ਉਹਨਾਂ ਦੀ ਮਦਰ ਦੀ ਡੈਥ ਹੋ ਗਈ, ਤੇ 17 ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ। ਉਹਨਾਂ ਪਿਤਾ ਜੀ ਦਾ ਨਾਮ ਛੱਜੂ ਮਲ ਸੀ, ਔਰ ਛੱਜੂ ਮਲ ਜੀ जी। ਉਹ ਦੀਵਾਨ ਸਨ ਗਜ਼ਨੀ ਦੇ। ਔਰ ਉਸ ਤੋਂ ਜਦੋਂ ਉਹਨਾਂ ਦਾ ਹੋਰ ਉੱਥੇ ਕੋਈ ਨਹੀਂ ਰਿਹਾ, ਤੇ ਉਹਨਾਂ ਨੇ ਸੋਚਿਆ ਚਲੋ ਇਸ ਤੋਂ ਬਾਅਦ ਦੀਵਾਨ ਦੀ ਜਿਹੜੀ ਨੌਕਰੀ ਹੈ ਮੈਨੂੰ ਮਿਲ ਜਾਏਗੀ। ਲੇਕਿਨ ਉਹਨਾਂ ਨੂੰ ਉਹ ਨੌਕਰੀ, ਕਿਉਂਕਿ ਉਹਨਾਂ ਦੀ ਉਮਰ ਛੋਟੀ ਸੀ ਤੇ ਉਹਨਾਂ जी। ਨੂੰ ਨਹੀਂ ਨੌਕਰੀ ਨਹੀਂ ਮਿਲੀ, ਤੇ ਉਸ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਸਾਰਾ ਆਪਣਾ ਐਸੈਟਸ ਨੂੰ ਵੇਚ ਵਿਚਾ ਕੇ ਪੈਸਾ ਇਕੱਠਾ ਕਰਕੇ ਉਹ ਮੁੜ ਨੂੰ ਪੰਜਾਬ ਵੱਲ ਤੁਰ जी। ਪਏ। ਪੰਜਾਬ ਵੱਲ ਤੁਰਨ ਨਾਲ ਉਹਨਾਂ ਦੇ ਪਿਤਾ ਜੀ ਦਾ ਇੱਕ ਦੋਸਤ ਸੀ ਜਿਹੜਾ ਕਾਫਲਾ ਜਾ ਰਿਹਾ ਸੀ, ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਤੁਸੀਂ ਇੱਧਰ ਨਾਲ ਹੀ ਲੈ ਚਲੋ, ਮੈਂ ਵੀ ਨਾਲ ਚੱਲਣਾ ਚਾਹੁੰਦਾ। ਉਹਨੇ ਮੰਨ ਗਏ ਤੇ ਉਹਨਾਂ ਨੇ ਆਪਣਾ 2 ਖੱਚਰ ਲਏ, ਖੱਚਰਾਂ ਦੇ ਉੱਤੇ 2 ਨੌਕਰ ਲਏ, ਤੇ ਉਹਨਾਂ ਨੂੰ ਲੈ ਕੇ ਉਹ ਹਿੰਦੁਸਤਾਨ ਵੱਲ ਆ ਗਏ। ਹਿੰਦੁਸਤਾਨ ਵੱਲ ਚ जी। ਆਂਦੇ ਆਂਦੇ ਤੇ ਉਹਨਾਂ ਨੇ ਜਾ ਕੇ ਸਰ ਉੱਥੇ ਇੱਕ ਸ਼ਹਿਰ ਆਇਆ ਮੁਲਤਾਨ। ਉਸ ਮੁਲਤਾਨ ਸ਼ਹਿਰ जी। ਦੇ ਵਿੱਚ ਉਹਨਾਂ ਨੇ ਇੱਕ ਮਕਾਨ ਤੇ ਕਿਰਾਏ ਤੇ ਮਕਾਨ ਲੈ ਕੇ ਕੁਝ ਦਿਨ ਰਹਿਣਾ ਸ਼ੁਰੂ ਕਰਤਾ। ਜਦੋਂ ਰਹਿੰਦੇ ਰਹਿੰਦੇ ਰੋਜ਼ ਸਵੇਰੇ अच्छा। ਵਾਕ ਕਰਨ ਜਾਂਦੇ ਸੀ, ਸੈਰ ਕਰਨ ਜਾਂਦੇ ਸੀ, ਤੇ ਦਿੱਲੀ ਦਰਵਾਜ਼ੇ ਤੋਂ ਬਾਹਰ ਜਦੋਂ ਗਏ ਤੇ ਸੈਰ ਕਰਨ ਜਾ ਰਹੇ ਸੀ, ਤੇ ਉਹਨਾਂ ਨੇ ਦੇਖਿਆ ਕਿ 2-3 ਖੱਤਰੀਆਂ ਦੇ ਘਰ ਉੱਥੇ ਬਣੇ ਹੋਏ ਸਨ ਖੁੱਲੇ ਖੇਤਾਂ ਵਿੱਚ। ਉਹਨਾਂ ਨੂੰ ਉਹ ਜਗ੍ਹਾ ਬੜੀ ਪਸੰਦ ਆਈ, ਤੇ ਉਹਨਾਂ ਨੇ ਕਿਹਾ ਇੱਥੋਂ अच्छा। ਇਹਨਾਂ ਦੇ ਨਾਲ ਮੈਂ ਵਹਾਂ ਲੈ ਕੇ, ਤੇ ਉਹਨਾਂ ਨੇ ਉੱਥੇ ਇੱਕ ਘਰ ਬਣਾ ਲਿਆ। ਘਰ ਬਣਾਇਆ ਤੇ ਖੱਤਰੀਆਂ ਦੇ ਵਿੱਚ ਬੜੇ ਅਹੁਦੇ ਵਾਲੇ ਸਨ, ਬੜੇ ਵਿਦਵਾਨ ਸਨ, ਬੜੇ ਪੈਸੇ ਵਾਲੇ ਸਨ। ਦੋਸਤੀ ਹੋ ਗਈ, ਔਰ ਖੱਤਰੀਆਂ ਨਾਲ ਆਣਾ ਜਾਣਾ ਹੋ ਗਿਆ। ਉਹਨਾਂ ਨੂੰ ਦੇਖ ਕੇ ਇੱਕ ਖੱਤਰੀ जी। ਪਰਿਵਾਰ ਨੇ ਉਹਨਾਂ ਨੂੰ ਇੱਕ ਆਪਣੀ ਲੜਕੀ ਦਾ ਰਿਸ਼ਤਾ ਦਿੱਤਾ। ਉਸ अच्छा। ਖੱਤਰੀ ਪਰਿਵਾਰ ਜਿਹੜਾ ਸੀ ਉਹ ਸਿੱਖ ਪਰਿਵਾਰ ਸੀ, ਸਿੱਖ ਸੀ। अच्छा। ਤੇ ਉਹ ਸਿੱਖ ਨੂੰ ਮੰਨਣ ਵਾਲੇ, ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਉਹ ਸਾਰੇ ਪੰਥ ਸਨ। ਤੇ ਉਥੇ ਧਰਮਸ਼ਾਲਾ ਉਹਨਾਂ ਨੇ ਬਣਾਇਆ ਸੀ, ਕੀਰਤਨ ਕਰਦੇ ਸਨ, ਆਪਣਾ ਮਹਾਰਾਜ ਦਾ ਪਾਠ ਕਰਦੇ ਸਨ। ਤੇ ਉਹਨਾਂ ਦੇ ਘਰ ਜਦੋਂ ਔਰਤ ਆਈ, ਉਹਦਾ ਨਾਂ ਸਤਵੰਤੀ ਸੀ। ਉਹ ਜਦੋਂ जी। ਆਈ ਤੇ ਉਹ
तो सवेरे 3 ਵਜੇ ਸਵੇਰੇ ਉੱਠ ਕੇ ਨਹਾਏ ਧੋਏ, ਨਹਾਉਣ ਧੋਣ ਤੋਂ ਬਾਅਦ ਚੁੱਪ ਕਰਕੇ ਡਰਦੇ ਡਰਦੇ ਆਪਣਾ ਨਿਤਨੇਮ ਸ਼ੁਰੂ ਕਰਦੇ। ਜਦੋਂ ਨਿਤਨੇਮ ਅੱਛਾ ਸ਼ੁਰੂ ਕਰਦੇ ਤੇ ਉਹਨਾਂ ਨੂੰ ਕੁਝ ਦਿਨ ਬਾਅਦ ਭਾਈ ਸਾਹਿਬ ਨੂੰ ਪਤਾ ਲੱਗਾ, ਸਾਡੇ ਬਾਬਾ ਜੀ ਨੂੰ, ਕਿ ਬਈ ਇਹ ਰਾਤ ਨੂੰ ਸਵੇਰੇ ਉੱਠ ਕੇ 3 ਵਜੇ ਰਾਤ ਹੀ ਹੁੰਦੀ ਹੈ, ਸਵੇਰੇ ਉੱਠ ਕੇ ਜਦੋਂ ਜੀ ਜਾਂਦੇ ਨੇ ਤੇ ਪੜ੍ਹਦੇ ਨੇ, ਤੇ ਪੜ੍ਹਨ ਜੋ ਉਹਨਾਂ ਜੀ ਦੇ ਕੰਨਾਂ 'ਚ ਜੋ ਹਲਕੀ ਪੜ੍ਹਦੇ ਨੇ, ਤਾਂ ਉਹਨਾਂ ਨੂੰ ਗੱਲ ਥੋੜੀ ਜੀ ਜਿਹੜੀ ਉਹਨਾਂ ਦੀ ਸੁਰਤ ਸੀ, ਜਿਹੜੇ ਉਹਨਾਂ ਦੇ ਲਫ਼ਜ਼ ਸਨ, ਉਹਨਾਂ ਦੇ ਬੜੇ ਉਹਨਾਂ ਦੇ ਕੰਠ ਜਿਹੜੇ ਨਿਕਲੇ ਸਨ, ਉਹ ਬਹੁਤ ਲੁਭਾਵਣੇ ਲੱਗੇ। ਉਹਨਾਂ ਨੇ ਕਿਹਾ ਅੱਛਾ ਕਿ ਇੱਕ ਦਿਨ ਉਹਨਾਂ ਨੇ ਜਦੋਂ ਆ ਕੇ ਫਿਰ ਦੁਬਾਰਾ ਉਹ ਸੌਂ ਜਾਂਦੇ ਸਨ, ਜਦੋਂ ਦੁਬਾਰਾ ਇੱਕ ਵਾਰੀ ਜੀ ਸਵੇਰ ਹੋਈ ਤਾਂ ਉਹਨਾਂ ਨੂੰ ਪੁੱਛਿਆ, ਬਈ ਤੁਸੀਂ ਦੱਸੋ ਕਿ ਤੁਸੀਂ ਜੇ ਤੇ ਤੁਸੀਂ ਮੇਰੇ ਕੋਲ ਛੁਪ ਕੇ ਤੁਸੀਂ ਸਵੇਰੇ ਉੱਠਦੇ ਹੋ ਤੇ ਪਾਠ ਕਰਨੇ ਹੋ, ਜੀ ਪੜ੍ਹਦੇ ਹੋ, ਤੇ ਜੇ ਤੇ ਇਹ ਬੜੀ ਚੰਗੀ ਗੱਲ ਹੈ ਤੇ ਮੈਨੂੰ ਦੱਸਣ ਦੀ ਇਜਾਜ਼ਤ ਨਹੀਂ, ਹਮ, ਜੇ ਹਮ, ਚੰਗੀ ਨਹੀਂ ਇਹਨੂੰ ਤੁਸੀਂ ਚੋਰੀ ਚੋਰੀ ਕਿਉਂ ਕਰਦੇ ਹੋ, ਨਹੀਂ ਕਰਨਾ ਚਾਹੀਦਾ। ਤੇ ਉਹਨਾਂ ਨੇ ਹਮ, ਦੱਸਿਆ, ਮੈਂ ਇਸ ਤਰ੍ਹਾਂ ਮੈਂ ਗੁਰੂ ਨਾਨਕ ਦੇਵ ਜੀ ਦੀ ਸਿੱਖ ਹਾਂ ਤੇ ਮੈਂ ਇਹ ਸਾਰਾ ਉਹਨਾਂ ਦਾ ਪਾਠ ਕਰਦੀ ਹਾਂ ਤੇ ਮੇਰਾ ਨਿਤਨੇਮ ਹੈਗਾ। ਜੀ ਤੇ ਉਹਨਾਂ ਨੇ ਉਹਨੂੰ ਜੀ ਮੈਂ ਕਿਹਾ ਚਲ ਮੈਨੂੰ ਵੀ ਸੁਣਾਓ। ਉਹਨਾਂ ਨੇ ਸੁਣਾਇਆ, ਉਹਨਾਂ ਨੂੰ ਉਹ ਬਹੁਤ ਹੀ ਅੱਛਾ ਲਗਾ, ਇੱਕਦਮ ਐਟ ਫਸਟ ਸਾਈਟ ਉਹਨਾਂ ਨੂੰ ਬਹੁਤ ਪਸੰਦ ਆ ਗਿਆ। ਉਹਨਾਂ ਕਿਹਾ ਤੈਨੂੰ ਇਸ ਇਤਨੀ ਅੱਛਾ ਤੈਨੂੰ ਇਹ ਸਿੱਖਿਆ ਮਿਲ ਰਹੀ ਹੈ, ਤੂੰ ਉੱਚੀ ਉੱਚੀ ਪੜਿਆ ਕਰ ਤੇ ਮੇਰੇ ਕੋਲ ਡਰ ਕੋਈ ਨਹੀਂ। ਇਸ ਤਰ੍ਹਾਂ ਅੱਛਾ ਲਾਲ ਜੀ ਦਾ ਸਭ ਤੋਂ ਪਹਿਲਾ ਜਿਹੜਾ ਸਿੱਖੀ ਤੋਂ ਦੇ ਵੱਲ ਅਟਰੈਕਸ਼ਨ ਹੋਇਆ। ਇਸ ਤਰ੍ਹਾਂ ਅੱਛਾ ਇਹ ਉਹਨਾਂ ਦੇ ਇਹ ਤੁਸੀਂ ਸਾਨੂੰ ਦੱਸ ਰਹੇ ਹੋ ਕਿ ਕਿੱਦਾਂ ਭਾਈ ਨੰਦ ਲਾਲ ਜੀ ਦੇ ਜਿਹੜੀ ਆਪਣਾ ਧਰਮ ਪਤਨੀ ਸਨ, ਜਿਹੜੀ ਉਹਨਾਂ ਦੇ ਪਤਨੀ ਸਨ, ਉਹਨਾਂ ਨੇ ਜਦੋਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਤੇ ਬਾਣੀ ਉਹਨਾਂ ਨੂੰ ਇਤਨੀ ਭਾ ਗਈ ਕਿ ਇਹ ਗੁਰੂ ਨਾਨਕ ਦੀ ਬਾਣੀ ਦੇ ਨਾਲ ਪਹਿਲਾ ਰਿਸ਼ਤਾ ਜਿਹੜਾ ਹੈ ਉਹ ਉਹਨਾਂ ਮਾਤਾ ਜੀ ਦੀ ਉਸ ਬਾਣੀ ਤੋਂ ਸੁਣ ਕੇ ਆਰੰਭ ਹੈ। ਇਹ ਹੈ ਸਭ ਤੋਂ ਪਹਿਲੀ ਮਿਲਣੀ ਗੁਰੂ ਨਾਨਕ ਦੀ ਬਾਣੀ ਦੇ ਨਾਲ, ਉਸ ਸਿਧਾਂਤ ਦੇ ਨਾਲ ਜੁੜਨ ਦੀ, ਜਿਹਦੀ ਬੁਨਿਆਦ ਦੇ ਵਿਚਕਾਰ ਮਾਤਾ ਜੀ ਨੇ ਉਸ ਬਾਣੀ ਨੂੰ ਜਦੋਂ ਪਵਿੱਤਰ ਕਰਦੇ ਸਨ ਤੇ ਭਾਈ ਨੰਦ ਲਾਲ ਜੀ ਨੇ ਵੀ ਕਿਹਾ ਕਿ ਇੰਨੀ ਚੌਂਸ ਬਾਣੀ ਹੈ, ਇੰਨਾ ਸਿਧਾਂਤ ਹੈ, ਇਹਦੇ ਵਿਚਕਾਰ ਇੰਨਾ ਉਪਦੇਸ਼ ਹੈ, ਤਾਂ ਫਿਰ ਤੁਸੀਂ ਇਹਨੂੰ ਹੌਲੀ ਕਿਉਂ ਪੜ੍ਹਦੇ ਹੋ, ਤੁਸੀਂ ਇਹਨੂੰ ਤੇਜ਼ ਪੜ੍ਹੋ, ਤੁਸੀਂ ਉੱਚਾ ਪੜ੍ਹੋ ਤਾਂ ਕਿ ਮੈਂ ਵੀ ਆਪਣੀ ਰਸਨਾ ਨੂੰ ਪਵਿੱਤਰ ਕਰ ਸਕਾਂ। ਕਿਆ ਬਾਤ ਹੈ ਜੀ, ਬਹੁਤ ਆਪ ਕਮਾਲ ਦੀ ਇਹ ਗੱਲ। ਅੱਜ ਤੱਕ ਇਤਿਹਾਸਕ ਤੌਰ ਤੇ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਮੁਖਾਰਬਿੰਦ ਤੋਂ ਹੀ ਸੁਣੀਆਂ ਜਾ ਸਕਦੀਆਂ, ਹੋਰ ਜਿਹੜੇ ਨੇ ਉਹ ਸਿਰਫ ਤੋਂ ਸਿਰਫ ਭਾਈ ਨੰਦ ਲਾਲ ਜੀ ਦੇ, ਹਾਂ ਭਾਈ ਨੰਦ ਲਾਲ ਜੀ ਦੀ ਕਲਮ ਤੋਂ ਇੱਕ ਇੱਕ ਅੱਖਰ ਜਿਹੜਾ ਹੈ ਬੜਾ ਕੀਮਤੀ ਹੈ, ਬੇਸ਼ਕੀਮਤੀ ਅੱਖਰ ਹੈ। ਲੇਕਿਨ ਉਸਦੇ ਬਾਵਜੂਦ ਵੀ ਅਸੀਂ ਇਹ ਗੱਲ ਜ਼ਰੂਰ ਤੁਹਾਡੇ ਕੋਲੋਂ ਸੁਣ ਰਹੇ ਹਾਂ ਕਿ ਇਹ ਇਤਿਹਾਸ ਤੇ ਉਸ ਵਰਕੇ ਨੇ ਜਿਹੜੇ ਵਰਕੇ ਅਜੇ ਤੱਕ ਲਿਖਤੀ ਰੂਪ ਵਿੱਚ ਸਾਹਮਣੇ ਘੱਟ ਆਏ ਨੇ। ਸੋ ਮੈਨੂੰ ਉਮੀਦ ਹੈ ਕਿ ਬਈ ਤੁਸੀਂ ਇਸ ਗੱਲ ਨੂੰ ਜਾਰੀ ਰੱਖੋ। ਔਰ ਫਿਰ ਕੀ ਹੁੰਦਾ ਹੈ ਜੀ? ਇਹ ਜਿਹੜੇ ਪੰਨੇ ਇਤਿਹਾਸ ਦੇ ਲਿਖੇ ਹੋਏ ਨੇ, ਇਹ ਸਾਰੇ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਦੇ, ਮੇਰੇ ਪਿਤਾ ਜੀ ਨੇ ਮੈਨੂੰ ਮੈਨੂੰ ਦੱਸਦੇ ਰਹਿ ਗਏ, ਓਰਲ ਹਿਸਟਰੀ ਦੱਸਦੇ ਰਹਿ ਗਏ। ਸਾਡੀਆਂ ਕੁਝ ਬੁੱਕਸ ਪੜ੍ਹੀਆਂ ਪਈਆਂ ਸਨ। ਸਾਡੇ ਖਾਨਦਾਨ ਵਿੱਚ ਭਾਈ ਮੇਘਰਾਜ ਜੀ ਨੇ ਬੜਾ ਕੰਮ ਕੀਤਾ, ਉਹਨਾਂ ਦੀ ਸਾਰੀ ਬਾਣੀ ਨਹੀਂ, ਗਜ਼ਲਾਂ ਨੂੰ ਪੰਜਾਬੀ ਟਰਾਂਸਲੇਟ ਕਰਕੇ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਪ੍ਰੇਮ ਫੁਲਵਾੜੀ ਹੈ। ਉਹ ਅੱਜ ਤੱਕ ਵੀ ਸਾਡੇ ਕੋਲ ਹੈ ਔਰ ਉਸ ਦੁਬਾਰਾ ਛਪੀ ਵੀ ਹੈ। ਔਰ ਇਹਨਾਂ ਨੇ ਭਾਈ ਚਤਰ ਸਿੰਘ ਉਹਨਾਂ ਨੇ ਛਪਾਈ, ਮੇਰੇ ਕੋਲ ਬੁੱਕ ਇਸ ਵੇਲੇ ਪਈ ਹੈਗੀ ਤੇ ਮੈਂ ਹਾਂ ਜਰਾ ਨੇੜੇ ਕਰੋ ਜੀ, ਜਰਾ ਕੋ ਹਾਂ ਜੀ 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 ਇਹਨਾਂ ਦੇ ਵਿੱਚ ਜੀ ਜੋ ਪਲੀਜ਼। ਡਿਟੇਲ ਜਿਹੜੀਆਂ ਦਿੱਤੀਆਂ ਗਈਆਂ ਉਹ ਬਿਲਕੁਲ ਸਾਨੂੰ ਪਰਿਵਾਰਕ ਤੌਰ ਤੇ ਸਾਨੂੰ ਸਮਝ ਆਈਆਂ, ਦੱਸੀਆਂ ਗਈਆਂ। ਇਹ ਜਿਹੜੀ ਵੀ ਗੱਲ ਹੈ ਜੀ ਤੇ ਉਹ ਜਿਹੜੇ ਦੋ ਨੌਕਰ ਆਏ ਸੀ ਉਹਨਾਂ ਨੂੰ ਅਫਗਾਨਿਸਤਾਨ ਵਿੱਚ ਆਪਣੇ ਮਾਲਕ ਨੂੰ ਆਕਾ ਕਹਿੰਦੇ ਨੇ, ਆਕਾ ਸੱਦੇ ਸੀ। ਜੀ ਆਕਾ ਦੇ
ਤੇ ਤੁਰਕੀ ਵਿੱਚ ਇਹਨੂੰ ਆਕਾ ਨੂੰ ਆਗਾ ਵੀ ਕਹਿੰਦੇ ਨੇ, ਆਗਾ, ਤੇ ਉਹ ਉਹਨਾਂ ਦਾ ਨਾਂ ਉੱਥੇ ਆਗਾ, ਉਸ ਜਿਹੜਾ ਜਗ੍ਹਾ ਦਾ ਨਾਂ ਹੈ, ਜਿਸ ਸ਼ਹਿਰ ਜਾ ਕੇ ਰਹੇ ਮੁਲਤਾਨੋਂ ਦਿੱਲੀ ਦਰਵਾਜ਼ੇ ਤੋਂ ਬਾਹਰ, ਉਹਦਾ ਨਾਂ ਆਗਾਪੁਰਾ ਪੈ ਗਿਆ, ਜਿਹੜਾ ਕਿ ਅੱਜ ਤੱਕ ਵੀ ਉਹ ਮੁਹੱਲਾ ਆਗਾਪੁਰਾ ਦੇ ਨਾਂ ਤੇ ਅੱਜ ਤੱਕ ਵੀ ਉਹ ਸ਼ਹਿਰ, ਉਹ ਮੁਹੱਲਾ ਹੈਗਾ। ਅੱਜ ਕੱਲ ਵੀ ਉਹ ਰਹਿੰਦੇ, ਉਹ ਸਾਡੇ ਮਕਾਨ ਵੀ ਉੱਥੇ ਹੈਗੇ ਨੇ। ਇਨਸੀਡੈਂਟਲੀ ਮੈਂ ਉਸੇ ਮਕਾਨ ਵਿੱਚ ਪੈਦਾ ਹੋਇਆ ਜਿੱਥੇ ਉਹਨਾਂ ਨੇ ਉਹ ਮਕਾਨ। ਹਾਂਜੀ, ਤੇ ਸੋ ਦੇ ਇਹ ਔਰਲ ਹਿਸਟਰੀ ਤੇ ਮੈਨੂੰ ਜਿਹੜੀ ਗੱਲ ਸਮਝ ਆਈ, ਜੋ ਮੈਨੂੰ ਦਿਮਾਗ 'ਚ ਰੱਖ ਸਕੀ, ਉਹ ਮੈਂ ਤੁਹਾਡੇ ਅੱਗੇ ਦੱਸ ਰਿਹਾ ਤਾਂ ਕਿ ਤੁਹਾਡੇ ਵਿਊਜ਼ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ। ਹੋਰ ਵੀ ਥੋੜ੍ਹੀਆਂ ਗੱਲਾਂ ਮੈਂ ਆਪਣੇ ਨਾਲ ਸ਼ੇਅਰ ਕਰਾਂਗਾ। ਅੱਧਾ ਘੰਟਾ ਤੇ ਟਾਈਮ ਬਹੁਤ ਘੱਟ ਹੈ ਕੁਝ, ਫਿਰ ਵੀ ਕੋਈ ਨਹੀਂ, ਅਸੀਂ ਗੱਲਬਾਤ ਦਾ ਸਿਲਸਿਲਾ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਅਗਲਾ ਜਿਹੜਾ ਸਵਾਲ ਹੈ ਕਿ ਆਪ ਦੇ ਬਜ਼ੁਰਗਾਂ ਨੇ ਆਪ ਦੀ ਝੋਲੀ ਦੇ ਵਿਚਕਾਰ ਜਿਹੜਾ ਇਤਿਹਾਸ ਪਾਇਆ ਹੈ, ਉਹਦੇ ਵਿਚਕਾਰ ਮੈਂ ਜਾਣਨਾ ਚਾਹਾਂਗਾ ਗੁਰੂ ਕਲਗੀਧਰ ਪਾਤਸ਼ਾਹ ਦੀ ਔਰ ਭਾਈ ਨੰਦ ਲਾਲ ਜੀ ਦੀ ਜਿਹੜੀ ਪਹਿਲੀ ਮਿਲਣੀ ਹੈ, ਉਹਦੇ ਬਾਰੇ ਸਾਨੂੰ ਬੜੇ ਸੰਖੇਪ ਵੀ ਦੱਸਣ ਦੀ ਕਿਰਪਾਲਤਾ ਕਰੋ। ਸਾਡੇ ਦਰਸ਼ਕਾਂ ਦਾ ਵੀ ਜਿਹੜਾ ਇਸ ਵੇਲੇ ਕਾਫੀ ਕਿਉਰਿਓਸਿਟੀ ਹੈ ਜਾਣਨ ਦੀ ਕਿ ਬਈ ਅਸੀਂ ਉਸ ਮਿਲਣੀ ਬਾਰੇ ਜਾਣਕਾਰੀ ਲਈਏ, ਜਦੋਂ ਕਿ ਹਾਲਾਂਕਿ ਗੁਰੂ ਨਾਨਕ ਦੀ ਬਾਣੀ ਦੇ ਰਾਹੀਂ ਤਾਂ ਉਹ ਗੁਰੂ ਨਾਨਕ ਨਾਮ ਲੇਵਾ ਤਾਂ ਹੋ ਗਏ, ਲੇਕਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨੇੜੇ ਪਹੁੰਚਣ ਦਾ ਮੇਰਾ ਜਿਹੜਾ ਸਵਾਲ ਹੈ, ਉਹਦੇ ਤੇ ਕਿਰਪਾ ਕਰਕੇ ਰੋਸ਼ਨੀ ਪਾਓ ਤਾਂ ਕਿ ਦਰਸ਼ਕ ਇਸ ਗੱਲ ਨੂੰ ਜਾਣ ਸਕਣ। ਹਾਂਜੀ, ਉਹ ਜਦੋਂ ਉਹਨਾਂ ਦੇ ਦੋ ਬੱਚੇ ਹੋਏ, ਪਹਿਲਾ ਲਖਪਤ ਰਾਏ ਤੇ ਦੂਸਰਾ ਲੀਲਾ ਰਾਮ। ਲਖਪਤ ਰਾਏ ਉਹਨਾਂ ਦੀ ਕੋਈ ਔਲਾਦ ਨਹੀਂ ਹੋਈ, ਲੀਲਾ ਰਾਮ ਦੀ ਔਲਾਦ ਵਿੱਚ ਅਸੀਂ ਸਾਰੇ ਲੋਕ ਅੱਗੋਂ ਹਾਂ। ਉਹਨਾਂ ਦੀ ਜਦੋਂ ਉਮਰ, ਵੱਡੀ ਉਮਰ 'ਚ ਬੱਚੇ ਹੋਏ ਸਨ, ਤੇ ਜਦੋਂ ਉਹਨਾਂ ਦਿਨਾਂ ਵਿੱਚ ਮੁਲਤਾਨ ਦੇ ਉਹ ਦੀਵਾਨ ਨੇ ਉਹਨਾਂ ਨੂੰ ਮੀਰ ਮੁਨਸ਼ੀ ਬਣਾ ਦਿੱਤਾ, ਮੁਲਤਾਨ ਸ਼ਹਿਰ ਦਾ, ਕਿਉਂਕਿ ਫਾਰਸੀ ਦੇ ਬੜੇ ਭਾਰੇ, ਫਾਰਸੀ, ਅਰਬ, ਹਿੰਦੀ, ਇਸ ਦੇ ਬਹੁਤ ਬੜੇ ਵਿਦਵਾਨ ਸਨ। ਤੇ ਉਹਨਾਂ ਨੂੰ, ਉਹਨਾਂ ਦੇ ਪਿਤਾ ਜੀ ਨੂੰ ਉੱਥੋਂ ਦਾ ਜਾਣਦੇ ਸਨ, ਇਸ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਮੀਰ ਮੁਨਸ਼ੀ, ਜਿਹੜਾ ਕਿ ਉਹਨਾਂ ਨੇ ਉਹ 50 ਸਾਲ ਦੀ ਉਮਰ ਤੱਕ ਮੁਲਤਾਨ ਸ਼ਹਿਰ ਦੇ ਔਰ ਦੀਵਾਨ ਰਹੇ, ਪਹਿਲੇ ਮੀਰ ਮੁਨਸ਼ੀ ਰਹੇ, ਫਿਰ ਦੀਵਾਨ ਰਹੇ, ਨਵਾਬ ਨੇ। ਤੇ ਉਹਨਾਂ ਨੇ ਸੇਵਾ ਐਡਮਿਨਿਸਟ੍ਰੇਸ਼ਨ ਦੀ ਕੀਤੀ, ਐਡਮਿਨਿਸਟ੍ਰੇਸ਼ਨ ਚਲਾਈ, ਨਾਲੇ ਐਟ ਦੀ ਸੇਮ ਟਾਈਮ ਤੇ ਘਰ ਦੇ ਵਿੱਚ ਰਹੇ। 50 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਹੁਣ ਮੈਂ ਬਹੁਤ ਕੁਝ ਹੋ ਗਿਆ, ਕਿ ਲੋਕ ਵੀ ਜਿਹੜੇ ਬੜੇ ਸਾਰੇ ਉਹਨਾਂ ਨੂੰ ਲੱਗਾ ਕਿ ਜੈਲਸ ਸੀ, ਬਈ ਇਹ ਬੰਦੇ ਆ ਕੇ ਬਾਹਰੋਂ ਆਇਆ ਤੇ ਸਾਡਾ ਮਾਲਕ ਬਣ ਬੈਠਾ। ਤਾਂ ਉਹਨਾਂ ਨੇ ਉਹ ਅੱਛੀ ਗੱਲ ਨਹੀਂ ਸਮਝੀ, ਤਾਂ ਨੌਕਰੀ ਤੋਂ ਆਪਣਾ ਅਸਤੀਫਾ ਦੇ ਕੇ ਘਰ ਆ ਗਏ। ਘਰ ਆ ਕੇ ਉਹਨਾਂ ਨੇ ਸਾਰਾ ਕਿਤਾਬਾਂ ਲਿਖੀਆਂ, ਉਹਨਾਂ ਨੇ ਜਿਹੜੇ ਵਰਕਸ ਕੀਤੇ ਲਿਖੇ, ਉਹ ਬੁੱਕਸ ਉਹਨਾਂ ਦੀਆਂ ਇਤਨੀਆਂ ਮਸ਼ਹੂਰ ਹੋ ਗਈਆਂ ਕਿ ਲੋਕ, ਜਦੋਂ ਸਿੱਖਾਂ ਵਿੱਚ ਪਾਰਟਿਕੂਲਰਲੀ ਜੋ ਲੋਕ ਨਿਤਨੇਮ ਕਰਦੇ ਸਨ, ਉਸ ਤੋਂ ਬਾਅਦ ਇਹ ਦੋ ਕਿਤਾਬਾਂ ਦਾ ਵੀ ਰੋਜ਼ ਪਾਠ ਕਰਦੇ ਸਨ। ਸਾਡੇ ਜਿਹੜੇ ਬਜ਼ੁਰਗ ਸਨ, ਜਿਨ੍ਹਾਂ ਭਾਈ ਮਹੀਰਾਜ ਜੀ ਨੇ, ਜਿਨ੍ਹਾਂ ਨੇ ਕਿਤਾਬ ਲਿਖੀ, ਉਹਨਾਂ ਨੇ ਸਾਫ਼ ਦੱਸਿਆ ਕਿ ਉਹਨਾਂ ਦੇ ਪਿਤਾ ਭਾਈ ਜੇਸ ਰਾਮ ਜੀ, ਉਹ ਰੋਜ਼ਾਨਾ ਉਹਨਾਂ ਦੋ ਵਰਕਸ ਦਾ ਰੋਜ਼ਾਨਾ ਪਾਠ ਕਰਦੇ ਸਨ, ਮੂਜ਼ਬਾਨੀ। ਸੋ ਇਹ ਇਤਨੇ ਪਾਪੂਲਰ ਹੋ ਗਏ। ਤਾਂ ਜਦੋਂ 50 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਮੈਂ ਜਾ ਕੇ ਬਾਹਰ ਗੁਰੂ ਨਾਨਕ ਦੇਵ ਜੀ ਦੇ ਜੋ ਵੀ ਸਿੱਖੀ ਦੇ ਗੁਰੂ ਹੈਗੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਬਾਹਰ ਗਏ। ਉਹ ਚੱਲ ਕੇ ਗਏ, ਲਾਹੌਰ ਗਏ, ਬਾਅਦ ਉਹ ਪਹੁੰਚੇ ਅੰਮ੍ਰਿਤਸਰ ਸਾਹਿਬ। ਜਦੋਂ ਪਹੁੰਚੇ ਉੱਥੇ ਉਹਨਾਂ ਨੇ ਕੀਰਤਨ ਸੁਣਿਆ, ਉੱਥੇ ਪਾਠ ਪੂਜਾ ਕੀਤੀ, ਤੋਂ ਬਾਅਦ ਉਹ ਤੁਰਦੇ ਆਗਰਾ ਪਹੁੰਚ ਗਏ। ਜਦੋਂ ਆਗਰਾ ਪਹੁੰਚੇ ਤੇ ਉੱਥੇ ਜਿਹੜਾ ਬਹਾਦਰ ਸ਼ਾਹ ਸੀ, ਔਰੰਗਜ਼ੇਬ ਦਾ ਪੁੱਤਰ, ਉਸ ਸਟੇਟ ਦਾ
ਗਵਰਨਰ ਸੀ। ਉਹ ਹੀ ਵਾਸ ਜੀ ਔਰੰਗਜ਼ੇਬ ਨੂੰ ਉਹਦਾ ਗਵਰਨਰ ਬਣਾ ਕੇ ਰੱਖਿਆ ਸੀ। ਜਦੋਂ ਉੱਥੇ ਗਏ, ਉਹਨਾਂ ਉਸ ਦੀ ਤਾਰੀਫ ਵਿੱਚ ਇੱਕ ਕੁਝ ਗਜ਼ਲ ਲਿਖੀ, ਤੇ ਗਜ਼ਲ ਜਾ ਕੇ ਉਹਨਾਂ ਨੇ ਉਹਨੂੰ ਇੱਕ ਦਿਨ ਉਸਦੀ ਕਚਹਿਰੀ 'ਚ ਗਏ ਤੇ ਉਹਨਾਂ ਨੂੰ ਗਜ਼ਲ ਸੁਣਾਈ। ਜਦੋਂ ਗਜ਼ਲ ਸੁਣਾਈ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋ ਗਿਆ। ਉਹ ਕਹਿ ਰਿਹਾ ਵੀ ਇਤਨੀ ਅੱਛੀ ਉਹਨੇ ਫਾਰਸੀ ਵਿੱਚ ਉਹਨਾਂ ਨੇ ਗਜ਼ਲ ਪੜ੍ਹੀ ਤੇ ਉਹਨੂੰ ਜਦੋਂ ਮਤਲਬ ਸਮਝਾ ਕੇ ਸੁਣਾਈ ਤਾਂ ਉਹਨੂੰ ਬਹੁਤ ਜ਼ਿਆਦਾ ਅੱਛੀ ਲੱਗੀ। ਬਹੁਤ ਬਹੁਤ ਜ਼ਿਆਦਾ ਜਦੋਂ ਅੱਛੀ ਲੱਗੀ, ਉਹਨੇ ਕਿਹਾ ਤੁਸੀਂ ਕਦੋਂ ਆਏ ਹੋ? ਉਹਨੇ ਉਸ ਬਾਰੇ ਪੁੱਛਿਆ ਤੇ ਕਿੱਥੇ ਰਹਿੰਦੇ ਪਏ ਹੋ? ਤੁਸੀਂ ਕੱਲ ਮੇਰੀ ਕੋਰਟ ਵਿੱਚ ਦੁਬਾਰਾ ਆਓ। ਉਹਨਾਂ ਨੇ ਦੂਸਰੇ ਦਿਨ ਫਿਰ ਬੁਲਾਇਆ। ਅੱਛਾ ਜਦੋਂ ਦੂਸਰੇ ਦਿਨ ਬੁਲਾਇਆ, ਉਹਨੇ ਕਿਹਾ ਵੀ ਤੁਸੀਂ ਤੇ ਇਤਨੇ ਵਿਦਵਾਨ ਹੋ, ਤੇ ਮੈਂ ਇਹ ਚਾਹਨਾ ਕਿ ਤੁਸੀਂ ਮੇਰੇ ਇੱਥੇ ਮੀਰ ਮੁਨਸ਼ੀ ਲੱਗ ਜਾਓ। Mir Munshi was ਅੱਛਾ a job like chief secretary of the state of, ਤੇ ਅੱਛਾ ਉਹਨਾਂ ਨੂੰ ਜੀ ਉਹਨਾਂ ਨੇ ਪ੍ਰਵਾਨ ਕਰ ਲਓ ਤੇ ਮੈਂ ਬੜੀ ਮਿਹਰਬਾਨੀ। ਤੇ ਉਹ ਭਾਈ ਨੰਦ ਲਾਲ ਜੀ ਨੇ ਉਹ ਮਨਜ਼ੂਰ ਕਰ ਲਿਆ ਤੇ ਉੱਥੇ ਰਹਿ ਗਏ। ਉਹ ਨਾਲੇ ਉੱਥੇ ਮੀਰ ਮੁਨਸ਼ੀ ਦਾ ਵੀ ਕੰਮ ਕਰਦੇ ਸਨ, ਉਹ ਨਾਲੇ ਬੜਾ ਉਹਨਾਂ ਨੂੰ ਪੜ੍ਹਾਉਂਦੇ ਵੀ ਸਨ ਫਾਰਸੀ। ਤੇ ਇਸ ਤਰ੍ਹਾਂ ਹੀ ਫਾਰਸੀ ਜਦੋਂ ਪੜ੍ਹਾਉਂਦੇ ਨਾਲ ਕਿ ਇੱਕ ਦਿਨ ਔਰੰਗਜ਼ੇਬ ਦੌਰੇ ਤੇ ਆਗਰੇ ਪਹੁੰਚਿਆ। ਉਹਨੇ ਆਪਣਾ ਟੈਂਟ ਲਾ ਲਿਆ ਬਾਹਰ। ਜੀ ਬਾਹਰ ਟੈਂਟ ਲਾ ਕੇ ਜੀ ਤੇ ਉਹਦੇ ਵਿੱਚ ਆਪਣੇ, ਜਦੋਂ ਜਾਂਦਾ ਸੀ ਔਰੰਗਜ਼ੇਬ ਬੜਾ ਧਾਰਮਿਕ ਬੰਦਾ ਸੀ। ਉਹ ਆਪਣੇ ਜੀ ਮੌਲਵੀ ਮੁੱਲਾ ਸਾਰੇ ਪ੍ਰੀਸਟ ਨਾਲ ਲੈ ਕੇ ਜਾਂਦਾ ਸੀ। ਉਹ ਵੀ ਉੱਥੇ ਰਹਿੰਦੇ ਸਨ ਸਾਰਾ ਦਿਨ, ਹੂੰ ਉਹ ਆਪਣੇ ਪੜ੍ਹਦੇ ਸਨ, ਵਿਚਾਰ ਕਰਦੇ ਸਨ। ਤੇ ਉਸ ਦਿਨ ਇੱਕ ਦਿਨ ਉੱਥੇ ਪਹੁੰਚਿਆ ਤੇ ਉਹਦਾ ਪੁੱਤਰ ਵੀ ਆ ਗਿਆ ਬਹਾਦਰ ਸ਼ਾਹ। ਤੇ ਇੱਕ ਜੀ ਆਇਤ ਦੇ ਮਤਲਬ ਨਾਲ ਉਹ ਸਹਿਮਤ ਨਹੀਂ ਹੋਇਆ, ਖੁਸ਼ ਨਹੀਂ ਹੋਇਆ ਵੀ ਮੇਰੇ ਜਿਹੜੇ ਬੰਦੇ ਮੈਨੂੰ ਠੀਕ ਤਾਂ ਦੱਸ ਰਹੇ, ਮੈਂ ਸੈਟੀਸਫਾਈਡ ਨਹੀਂ। ਉਸਨੇ ਜੀ ਕੀ ਕੀਤਾ, ਉਹਨੇ ਕਿਹਾ ਵੀ ਇਹ ਤੁਸੀਂ ਮੈਨੂੰ ਬਾਦਸ਼ਾਹ ਸਲਾਮਤ ਮੈਨੂੰ ਹੁਕਮ ਦਿਓ ਤੇ ਮੈਂ ਇਹਦਾ ਮਤਲਬ ਤੁਹਾਨੂੰ ਇੱਕ ਹਫ਼ਤੇ 'ਚ ਕਰਕੇ ਦਿਖਾਵਾਂ। ਕਿਹਾ ਜੀ ਹੂੰ ਤੂੰ ਕੀ ਕਰੇਗਾ? ਕਹਿੰਦਾ ਮੈਂ ਕਹਿੰਦਾ ਇਤਨਾ ਸਿਆਣਾ ਤਾਂ ਨਹੀਂ, ਮੈਂ ਵੀ ਜਾਣਦਾ ਤਾਂ ਹੈ, ਤੂੰ ਮੇਰਾ ਪੁੱਤਰ ਤਾਂ ਹੈ। ਕਹਿੰਦਾ ਚਲੋ ਤੈਨੂੰ ਇੱਕ ਹਫ਼ਤਾ ਦਿੱਤਾ। ਜਦੋਂ ਹੂੰ ਇੱਕ ਹਫ਼ਤਾ ਪੂਰਾ ਹੋਇਆ, ਉਹਦੇ ਕੋਲ ਫਿਰ ਪੁੱਛਿਆ ਗਿਆ ਵੀ ਤੂੰ ਤਿਆਰ ਹੈ? ਉਹਦਾ ਆਇਆ ਦਾ ਮਤਲਬ ਤੈਨੂੰ ਦੱਸ ਸਕਣਾ? ਉਸਨੇ ਕਿਹਾ ਜੀ ਹਾਂ ਜੀ। ਉਹਨੇ ਉਸ ਆਇਤ ਦਾ ਪੂਰਾ ਮਤਲਬ ਮਾਰਾ ਆਪਣੇ ਔਰੰਗਜ਼ੇਬ ਨੂੰ ਪੜ੍ਹ ਕੇ ਸੁਣਾਇਆ। ਜਦੋਂ ਪੜ੍ਹ ਕੇ ਸੁਣਾਇਆ ਤਾਂ ਔਰੰਗਜ਼ੇਬ ਤੇ ਵਾਹ ਵਾਹ ਹੋ ਉੱਠਿਆ। ਹੂੰ ਨਾਲੇ ਇਹ ਵੀ ਸੋਚਣ ਲੱਗ ਪਿਆ, ਨਾਲੇ ਉਹਨੂੰ ਮੂੰਹ ਤੇ ਕਿਹਾ ਬਈ ਤੇਰੀ ਅਕਲ ਇੰਨੀ ਨਹੀਂ ਹੈਗੀ ਕਿ ਤੂੰ ਇਹ ਇੰਨੀ ਅੱਛੀ ਤਰੀਕੇ ਨਾਲ ਕਰੇ। ਕਹਿੰਦਾ ਹੂੰ ਬਾਦਸ਼ਾਹ ਸਲਾਮਤ ਤੁਸੀਂ ਕਹਿ ਰਹੇ ਹੋ? ਇਹ ਜਿਹੜਾ ਇੱਕ ਮੇਰੇ ਵਿਦਵਾਨ ਇੱਕ ਗੁਰੂ ਹੈ, ਵਿਦਵਾਨ ਮੇਰੇ ਜੀ ਟੀਚਰ ਨੇ ਮੈਨੂੰ ਇਹ ਸਮਝਾਇਆ ਜੀ ਤੇ ਮੈਂ ਤੈਨੂੰ। ਕਹਿੰਦਾ ਅੱਛਾ ਉਹਨੂੰ ਬੁਲਾ ਕੇ ਲਿਆਓ। ਉਹਨੂੰ ਦੂਸਰੇ ਦਿਨ ਬੁਲਾਇਆ ਅੱਛਾ ਗਿਆ। ਔਰੰਗਜ਼ੇਬ ਨੇ ਫਿਰ ਕਿਹਾ ਤੇ ਤੁਸੀਂ ਇਹਦੀ ਮਤਲਬ ਕਰਕੇ ਸੁਣਾਓ। ਹੂੰ ਜਦੋਂ ਭਾਈ ਨੰਦ ਜੀ ਲਾਲ ਜੀ ਨੇ ਉਸ ਦਾ ਮਤਲਬ ਕੀਤਾ, ਉਸ ਦੇ ਮਤਲਬ ਦੇ ਬਾਅਦ ਉਸ ਦੀ ਐਕਸਪਲੇਨੇਸ਼ਨ ਸੁਣਨ ਤੋਂ ਬਾਅਦ ਉਹ ਇਤਨੇ ਖੁਸ਼ ਹੋਏ, ਇਤਨੇ ਖੁਸ਼ ਹੋਏ। ਉਹ ਕਹਿਣ ਲੱਗੇ ਬਈ ਇਹ ਤਾਂ ਕਮਾਲ ਹੈ, ਤੂੰ ਇਤਨਾ ਵੱਡਾ ਵਿਦਵਾਨ ਹੈ। ਉਹ ਜਿਹੜੇ ਦੂਸਰੇ ਦੇ ਮੌਲਵੀ ਸਨ ਉਹ ਬੜੇ ਪਰੇਸ਼ਾਨ ਹੋਏ। ਔਰੰਗਜ਼ੇਬ ਖੁਸ਼ ਹੋਇਆ, ਉਹਨੂੰ ਉਹਨੇ 500 ਸ਼ਰਫੀਆਂ ਦਾ ਇਨਾਮ ਦਿੱਤਾ ਤੇ ਜਾਨ ਦਿੱਤਾ। ਜੀ ਇਧਰੋਂ ਜਿਹੜੇ ਨਾਲ ਜਿਹੜੇ ਸਨ ਨਾ ਉਹਨਾਂ ਦੇ ਮੌਲਵੀ ਝੋਲੀ ਚੁੱਕ, ਉਹਨਾਂ ਨੇ ਕਿਹਾ ਬਈ ਇਹ ਏਡਾ ਵੱਡਾ ਵਿਦਵਾਨ ਹੋਏ ਮਹਾਰਾਜ, ਇਹ ਤਾਂ ਜੀ ਇਹਨੂੰ ਤੇ ਹਿੰਦੂ ਹੋਏ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਇਹਨੂੰ ਜੀ ਤੁਸੀਂ ਬਦਲਵਾ। ਉਹਨੇ ਬੁਲਾਇਆ ਬਾਦਸ਼ਾਹ ਨੂੰ ਵੀ ਤੂੰ ਇਹਨੂੰ 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 ਆਪਣੇ ਗੁਰੂ ਨੂੰ ਕਨਵਰਟ ਕਰ। ਉਹਨੂੰ ਬੜਾ ਪਿਆਰ ਸੀ, ਜੀ ਬਾਦਸ਼ਾਹ ਨੂੰ ਬੜਾ ਪਿਆਰ ਸੀ। ਉਸਨੇ ਜੀ ਕੀ ਕੀਤਾ, ਕਿਉਂਕਿ ਇੱਕ ਨੌਕਰ ਨਾਲ ਲੈ ਗਏ ਸਨ, ਇੱਕ ਆਪਣੇ ਬੱਚਿਆਂ ਕੋਲ ਛੱਡਿਆ ਹੋਇਆ ਸੀ ਆਕਾ, ਤੇ ਦੂਜਾ ਜੀ ਨਾਲ ਲੈ ਗਏ ਸਨ। ਤੇ ਉਹ ਜਾ ਕੇ ਉੱਥੇ ਉਹਨੂੰ ਤੇ ਉਸ ਆਪਣੇ 500 ਸ਼ਰਫੀਆਂ ਦਿੱਤੀਆਂ ਵੀ ਇਹ ਘੋੜਾ ਵੀ ਦਿੱਤਾ ਤੂੰ ਲੈ ਕੇ, ਘੋੜਾ 2 ਘੋੜੇ ਦਿੱਤੇ ਤੇ 500 ਸ਼ਰਫੀਆਂ ਦਿੱਤੀਆਂ, ਤੂੰ ਇੱਥੋਂ ਨਿਕਲ ਜਾਣੇ, ਤੈਨੂੰ ਛੱਡੇਗਾ ਨਹੀਂ। ਉੱਥੋਂ ਹੂੰ ਭਾਈ ਨੰਦ ਲਾਲ ਜੀ ਨਿਕਲ ਪਏ
ਉਹਨਾਂ ਦਾ ਇੱਕ ਇਨ ਮੀਨ ਟਾਈਮ ਉੱਥੇ ਰਹਿੰਦੇ ਰਹਿੰਦੇ ਉਹਨਾਂ ਕੋਲ ਇੱਕ ਗਿਆਸੁਦੀਨ ਦਾ ਨਾਂ ਇੱਕ ਪੁਲਿਸ ਆਫਿਸਰ ਸੀ, ਗਿਆਸੁਦੀਨ। ਜੀ। ਉਹ ਉਹਨਾਂ ਦਾ ਰਿਆਸੁਦੀਨ। ਬੜਾ ਗਿਆਸੁਦੀਨ। ਉਹਨਾਂ ਨੇ ਸੋਚਿਆ ਵੀ ਇਕੱਠੇ ਨਿਕਲ ਚੱਲੀਏ, ਕਹਿੰਦੇ ਇਕੱਠੇ ਨਾ ਨਿਕਲੀਏ, ਤੂੰ ਮੈਨੂੰ ਤੇ ਮੈਂ ਚੱਲਿਆ ਉਧਰ ਲਾਹੌਰ, ਤੂੰ ਮੈਨੂੰ ਲਾਹੌਰ ਮਿਲੀ ਤੇ ਐਵੇਂ ਇੱਥੇ ਸ਼ੱਕ ਪੈ ਜਾਏਗਾ ਤਾਂ ਔਰੰਗਜ਼ੇਬ ਲੱਭੇਗਾ ਵੀ ਇਹਦੇ ਬੰਦੇ ਭੱਜੇ ਫਿਰਦੇ ਨੇ। ਹੀ ਵਾਸ ਏ ਸੀਨੀਅਰ ਪੁਲਿਸ ਆਫਿਸਰ। ਉਹਨੇ ਜੀ। ਉਹਨਾਂ ਨੇ ਮਿਲ ਕੇ ਲਾਹੌਰ ਪਹੁੰਚੇ। ਰਸਤੇ ਦੇ ਵਿੱਚ ਉਹਨਾਂ ਦੇ ਨੌਕਰ ਦੀ ਇੱਕ ਡੈਥ ਹੋ ਗਈ, ਫਿਰ ਉੱਥੇ ਕ੍ਰਿਮੇਟ ਵਗੈਰਾ ਉੱਥੇ ਰਸਤੇ 'ਚ ਹੀ ਕਰ ਦਿੱਤਾ। ਉਸ ਤੋਂ ਬਾਅਦ ਲਾਹੌਰ 'ਚ ਗਿਆਸੁਦੀਨ ਉਹਨੂੰ ਨਾਲ ਪਹੁੰਚ ਗਏ। ਲਾਹੌਰ ਤੋਂ ਜੀ। ਬਾਅਦ ਉਹ ਫਿਰ ਅੰਮ੍ਰਿਤਸਰ ਗਏ। ਅੰਮ੍ਰਿਤਸਰ ਉਹਨਾਂ ਨੇ ਦਰਸ਼ਨ ਕੀਤੇ। ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਜਾ ਕੇ ਪਤਾ ਲੱਗਾ ਕਿ ਇਸ ਵੇਲੇ ਜੀ ਗੁਰੂ ਗੱਦੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਹੈ ਔਰ ਉਹ ਆਨੰਦਪੁਰ ਸਾਹਿਬ ਨੇ। ਇਸ ਤਰ੍ਹਾਂ ਅੱਛਾ। ਉੱਥੋਂ ਤੁਰ ਕੇ ਉਹ ਆਨੰਦਪੁਰ ਸਾਹਿਬ ਪਹੁੰਚੇ ਤੇ ਗੁਰੂ ਜੀ ਦੇ ਕੋਲ ਜਾ ਕੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ। ਮੱਥੇ ਟੇਕਦੇ ਟੇਕਦੇ ਉਹਨਾਂ ਦੀ ਗੱਲ ਬੜੀ ਜ਼ਬਰਦਸਤ ਹੈ ਕਿ ਉੱਥੇ ਜਾ ਕੇ ਰੋ ਪਏ, ਰਸਤੇ 'ਚ ਰੋ ਪਏ। ਮੈਂ ਪ੍ਰੀਤ ਮੋਹਨ ਸਿੰਘ ਕਪੂਰ ਜੀ, ਮੈਂ ਤੁਹਾਨੂੰ ਇੱਕ ਮਿੰਟ ਵਾਸਤੇ ਇੱਥੇ ਰੋਕ ਰਿਹਾ ਕਿਉਂਕਿ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ, ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਸਾਡੇ ਨਾਲ ਸਰਦਾਰ ਪ੍ਰੀਤ ਮੋਹਨ ਸਿੰਘ ਜੀ ਕਪੂਰ, ਜਿਹੜੇ ਕਿ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਨੇ, ਔਰ ਇਹ ਕੌਮ ਦੇ ਉਹ ਮਹਾਨ ਵਿਦਵਾਨ ਨੰਦ ਲਾਲ ਜੀ ਦੀ 9ਵੀਂ ਪੀੜ੍ਹੀ ਵਿੱਚੋਂ ਨੇ, ਜਿਨ੍ਹਾਂ ਨੇ ਸਿੱਖ ਕੌਮ ਨੂੰ ਬਹੁਤ ਵੱਡਾ ਸਾਹਿਤ ਦਿੱਤਾ ਹੈ। ਉਸ ਸਾਹਿਤ ਨੂੰ ਸਿੱਖ ਕੌਮ ਦੇ ਅੰਦਰ ਅਗਰ ਅੱਜ ਗੱਲ ਕਰੀਏ ਕਿ ਗੁਰਮਤ ਅਨੁਸਾਰ, ਰਹਿਤ ਮਰਿਆਦਾ ਅਨੁਸਾਰ ਅਗਰ ਕਿੰਨਾ ਕਿੰਨਾ ਦੀ ਲਿਖਤਾਂ ਨੂੰ, ਰਚਨਾਵਾਂ ਨੂੰ ਔਰ ਬਾਣੀ ਨੂੰ ਗੁਰਦੁਆਰਾ ਸਾਹਿਬਾਨ ਦੇ ਅੰਦਰ ਕੀਰਤਨ ਦੇ ਰੂਪ ਵਿੱਚ ਗਾਇਨ ਕੀਤਾ ਜਾ ਸਕਦਾ ਹੈ, ਉਹਨਾਂ ਵਿਚਕਾਰ ਭਾਈ ਨੰਦ ਲਾਲ ਜੀ ਵੀ ਨੇ। ਦਸਮ ਪਾਤਸ਼ਾਹ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ ਨੂੰ ਇਹ ਮਾਨਤਾ ਪ੍ਰਾਪਤ ਹੈ। ਇਹ ਹੈ ਸਿੱਖ ਕੌਮ ਦੇ ਮਾਣ ਦੀ ਗੱਲ ਕਿ ਹਿੰਦੂ ਪਰਿਵਾਰ 'ਚ ਆਏ ਔਰ ਫਿਰ ਧਰਮ ਪਤਨੀ ਤੋਂ ਬਾਣੀ ਸੁਣਦੇ ਨੇ, ਔਰ ਬਾਣੀ ਸੁਣਦਿਆਂ ਸੁਣਦਿਆਂ ਜਗਿਆਸਾ ਉੱਠਦੀ ਹੈ ਕਿ ਮੇਰਾ ਤਾਂ ਨਿਸ਼ਾਨਾ ਤੇ ਪਹੁੰਚਣ ਦੀ ਥਾਂ ਤੇ ਕਿਤੇ ਹੋਰ ਹੈ। ਇਹ ਗੱਲਬਾਤ ਸੁਣਾ ਰਹੇ ਨੇ ਕਿ ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਪਹਿਲੀ ਮਿਲਣੀ ਹੁੰਦੀ ਹੈ ਔਰ ਮਿਲਣੀ ਵੇਲੇ ਜੋ ਉਸ ਵੇਲੇ ਵਰਤਾਂਤ ਵਾਪਰ ਰਿਹਾ, ਉਹਦੀ ਗੱਲਬਾਤ ਅਸੀਂ ਇਹਨਾਂ ਕੋਲ ਜਾਣਨ ਜਾਵਾਂਗੇ। ਲੇਕਿਨ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹ ਪ੍ਰੋਗਰਾਮ ਕਰੀਏ ਦਿਲ ਦੀਆਂ ਗੱਲਾਂ ਸਰਦਾਰ ਜਗਜੀਤ ਸਿੰਘ ਜੀ ਦਰਦੀ, ਚੜ੍ਹਦੀ ਕਲਾ ਟਾਈਮ ਟੀਵੀ ਅਤੇ ਹਰਜੋਤ ਸ਼ਾਹ ਸਿੰਘ ਜੀ ਸਿੱਖੀ ਚੈਨਲ ਦੇ ਨਾਲ ਇਹ ਆਪ ਜੀ ਤੱਕ ਪਹੁੰਚਾਇਆ ਜਾ ਰਿਹਾ। ਔਰ ਅਗਰ ਆਪ ਜੀ ਵੀ ਇਸ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਹੋ, ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਤੁਹਾਡੇ ਕੋਲ ਐਕਸਪੀਰੀਅੰਸ ਹੈ ਔਰ ਸਾਂਝਾ ਕਰਨਾ ਚਾਹੁੰਦੇ ਹੋ, ਤੇ ਕਿਰਪਾ ਕਰਕੇ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰ, ਯਾਨੀ ਕਿ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੀ ਸਕਰੀਨ ਦੇ ਉੱਤੇ ਤੁਹਾਨੂੰ ਈਮੇਲ ਐਡਰੈਸ ਆ ਰਿਹਾ ਔਰ ਸਿੱਖੀ ਚੈਨਲ ਦੀ ਸਕਰੀਨ ਦੇ ਉੱਤੇ WhatsApp ਨੰਬਰ ਆ ਰਿਹਾ, ਉਹਦੇ ਤੇ ਸੰਪਰਕ ਕਰੋ। ਜੇ ਦਾਸ ਦੇ ਨਾਲ, ਮੇਰੇ ਨਾਲ ਸੰਪਰਕ ਕਰਨਾ ਹੋਵੇ ਤੇ ਸਕਰੀਨ ਤੇ ਆਪ ਜੀ ਨੰਬਰ ਦੇਖ ਰਹੇ ਹੋ, +1 604 783 2331, ਯਾਨੀ ਕਿ 604 783 2331 ਤੇ ਆਪ ਜੀ WhatsApp ਕਰਕੇ ਮੈਸੇਜ ਪਾਓ, ਅਸੀਂ ਤੁਹਾਨੂੰ ਜ਼ਰੂਰ ਜਵਾਬ ਦੇਵਾਂਗੇ। ਆਪਣਾ ਤਜਰਬਾ ਲੋਕਾਂ ਦੇ ਨਾਲ ਦਿਲ ਦੀਆਂ ਗੱਲਾਂ ਵੀ ਸਾਂਝਾ ਕਰੋ, ਇਹ ਕਿਤੇ ਤੁਹਾਡੇ ਨਾਲ ਹੀ ਨਾ ਚਲਾ ਜਾਏ। ਅਸੀਂ ਅੱਜ ਜਿਹੜੇ ਇਤਿਹਾਸ ਦੇ ਵਰਕੇ ਖੋਲੇ ਨੇ, ਉਹ ਸਰਦਾਰ ਪ੍ਰੀਤ ਮੋਹਨ ਸਿੰਘ ਜੀ ਕਪੂਰ, ਜਿਹੜੇ ਕਿ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਭਾਈ ਨੰਦ ਲਾਲ ਜੀ ਦੀ 9ਵੀਂ ਪੀੜ੍ਹੀ ਨੇ। ਬੜੇ ਅਦਬ ਤੇ ਸਤਿਕਾਰ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਸਮਾਂ ਥੋੜਾ ਹੈ ਲੇਕਿਨ ਗੱਲਬਾਤ ਜ਼ਰੂਰ ਸੁਣਾਂਗੇ, ਕਿਉਂਕਿ ਹੁਣ ਪ੍ਰੀਤ ਮੋਹਨ ਜੀ ਕੋਲੋਂ ਮੈਂ ਗੱਲ ਲੈ ਰਿਹਾ। ਤਾਂ ਪ੍ਰੀਤ ਮੋਹਨ ਸਿੰਘ ਜੀ, ਤੁਸੀਂ ਦੱਸ ਰਹੇ ਸੋ ਕਿ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਦੋਂ ਮੱਥਾ ਟੇਕਿਆ ਔਰ ਮੱਥਾ ਟੇਕਣ ਤੋਂ ਬਾਅਦ ਕਿੱਦਾਂ ਅੱਗੋਂ ਗੱਲ ਹੁੰਦੀ, ਤੁਸੀਂ ਦੱਸ ਰਹੇ ਸੋ। ਮੈਂ ਤੁਹਾਨੂੰ ਰੋਕਿਆ ਸੀ, ਮੈਂ ਇਹ ਦਰਸ਼ਕਾਂ ਨੂੰ ਵਿਚਕਾਰ ਦੱਸਣਾ ਚਾਹੁੰਦਾ ਸੀ ਕਿ ਉਹਨਾਂ ਕੋਲ ਵੀ ਅਗਰ ਕੋਈ ਜ਼ਿੰਦਗੀ ਦਾ ਤਜਰਬਾ ਤੇ ਸਾਂਝਾ ਕਰਨ, ਨੰਬਰ ਆਏ ਸਨ, ਸੋ ਕਿਰਪਾ ਕਰਕੇ ਆਪ ਉਸ ਨੂੰ ਜਾਰੀ ਰੱਖੋ ਜੀ। ਹਾਂਜੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਣ ਤੋਂ ਪਹਿਲੇ ਉਹਨਾਂ ਨੇ ਕਿਹਾ, ਮੈਂ ਗੁਰੂ ਕੋਲ ਚੱਲਿਆ ਤੇ ਇਹਨਾਂ ਨੂੰ ਦੇਣ ਵਾਸਤੇ ਮੇਰੇ ਕੋਲ ਤੋਹਫਾ ਕੀ ਹੈ। 500 ਸ਼ਰਫੀਆਂ ਮਿਲੀਆਂ, ਉਹ ਰਸਤੇ 'ਚ ਖਰਚ ਹੋ ਗਈਆਂ। ਕੁਝ ਆਂਦੇ ਕੁਝ ਕ੍ਰਿਮੇਸ਼ਨ ਕੀਤੀ ਆਪਣੇ
ਉਹਨਾਂ ਕੋਲ ਪੈਸਾ ਇੱਕ ਨਾ ਰਿਹਾ। ਲੇਕਿਨ ਇਨ ਮੀਨ ਟਾਈਮ ਉਹ ਲਿਖਦੇ ਰਹਿ ਗਏ ਤੇ ਲਿਖਦੇ ਉਹਨਾਂ ਨੇ ਗਜ਼ਲਾਂ ਲਿਖੀਆਂ, 501 ਗਜ਼ਲਾਂ ਲਿਖੀਆਂ। ਉਸ ਗਜ਼ਲ ਲਿਖਦੇ ਉਸ ਤੋਂ ਬਾਅਦ ਜਦੋਂ ਪਹੁੰਚੇ, ਅੱਜ ਉਹ ਪਹੁੰਚੇ ਸੀ, ਉਹਨਾਂ ਨੂੰ ਰੋਣ ਆ ਗਿਆ ਕਿ ਮੈਂ ਇਤਨਾ ਦੀਵਾਨ ਰਿਹਾ, ਮੇਰੇ ਪਿਓ ਦਾਦੇ ਦੀਵਾਨ ਰਹੇ, ਸ਼ਹਿਨशाह ਨਾਲ ਕੰਮ ਕੀਤਾ ਤੇ ਬੜਾ ਧਨਾੜ ਆਦਮੀ ਸੀ, ਤੇ ਅੱਜ ਮੈਂ ਗੁਰੂ ਕੋਲ ਜਾ ਰਿਹਾ ਤੇ ਮੇਰੇ ਕੋਲ ਇੱਕ ਪੈਸਾ ਵੀ ਦੇਣ ਲਈ ਨਹੀਂ ਹੈਗਾ। ਉਹਨਾਂ ਨੂੰ ਇੱਕ ਅਥਰੂ ਆਉਣ ਲੱਗ ਪਏ। ਫਿਰ ਉਹ ਜਦੋਂ ਪਹੁੰਚੇ ਗੁਰੂ ਜੀ ਕੋਲ, ਮੱਥਾ ਟੇਕਿਆ ਤੇ ਮੱਥਾ ਟੇਕਣ ਦੇ ਬਾਅਦ ਤੇ ਗੁਰੂ ਜੀ ਨੇ ਪੁੱਛਿਆ ਵੀ ਅੱਛਾ, ਗੁਰੂ ਗੋਬਿੰਦ ਸਿੰਘ ਜੀ ਬੋਲੇ, ਅੱਛਾ ਬਈ ਸਿੱਖਾ, ਤੂੰ ਸਾਡੇ ਵਾਸਤੇ ਕੀ ਲਿਆਇਆ? ਉਸ ਵੇਲੇ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਤਾਂ ਬਈ ਰਸਤੇ ਦੇ ਵਿੱਚ ਸਾਰੇ ਮੇਰਾ ਪੈਸੇ ਖਰਚ ਹੋ ਗਏ, ਮੈਂ ਕੁਝ ਲਿਆ ਨਹੀਂ ਸਕਿਆ, ਮੈਂ ਆਪ ਰੁਲਦਾ ਇੱਥੇ ਪਹੁੰਚਿਆ। ਕਹਿੰਦੇ ਨਹੀਂ, ਤੂੰ ਕੁਝ ਲਿਆਇਆ। ਸ਼ਰਮ ਕਰਦੇ ਰਹਿ ਗਏ। ਉਹ ਕਹਿੰਦੇ ਜਿਹੜੀ ਤੇਰੀ ਬੁੱਕਲ ਵਿੱਚ ਇਹ ਕਿਤਾਬ ਜਿਹੜੀ ਤੂੰ ਪਾਈ ਹੋਈ ਏ, ਇਹ ਕੀ ਹੈ? ਇਹਨਾਂ ਕਿਹਾ ਜੀ ਇਹ ਮੈਂ ਤੁਹਾਡੀ ਪ੍ਰਸ਼ੰਸਾ ਦੇ ਵਿੱਚ ਇਹ ਮੈਂ ਕਿਤਾਬ ਰਸਤੇ ਵਿੱਚ ਲਿਖਦਾ ਆਇਆ, ਮੈਂ ਕੰਪਲੀਟ ਹੋਈ ਹੈ। ਕਹਿੰਦੇ ਵਾਹ ਵਾਹ ਵਾਹ, ਇਹੀ ਤੇ ਮੈਂ ਤੁਹਾਨੂੰ ਪੁੱਛਣਾ, ਤੇ ਇਸ ਤੋਂ ਵੱਡੀ ਹੋਰ ਸੌਗਾਤ ਮੇਰੇ ਵਾਸਤੇ ਕੀ ਹੋ ਸਕਦੀ ਹੈ? ਤੁਸੀਂ ਮੈਨੂੰ ਇਹ ਉਹਨਾਂ ਨੂੰ ਪੇਸ਼ ਕੀਤੀ। ਪੇਸ਼ ਕਰਨ ਤੋਂ ਬਾਅਦ ਉਹ ਕਾਫੀ ਵੱਡੀ ਕਿਤਾਬ ਸੀ। ਉਹਨਾਂ ਨੇ ਕਿਹਾ ਅੱਜ ਤੋਂ ਬਾਅਦ ਰੋਜ਼ਾਨਾ ਇਨ ਦੀ ਆਫਟਰਨੂਨ 3-4 ਵਜੇ ਉਹ ਉਸਦਾ ਰੋਜ਼ ਪਾਠ ਹੋਇਆ ਕਰੇਗਾ। ਸਭ ਸੰਗਤਾਂ ਨੂੰ ਹੁਕਮ ਦਿੱਤਾ ਕਿ ਆ ਕੇ ਇਹਨੂੰ ਸੁਣਨਾ। 30 ਦਿਨ ਤੱਕ ਉਸ ਕਿਤਾਬ ਦਾ ਪਾਠ ਹੋਇਆ। ਜਦੋਂ ਕਿਤਾਬ ਖਤਮ ਹੋਈ ਤੇ ਉਹਨਾਂ ਨੂੰ ਗੁਰੂ ਸਾਹਿਬ ਨੂੰ ਪੇਸ਼ ਕੀਤੀ। ਉਹ ਇੱਕ ਸ਼ੇਰ ਲਿਖਿਆ ਸੀ ਸਭ ਤੋਂ ਲਾਸਟ ਵਿੱਚ, ਆਬੇ ਹਵਾ ਪੁਰਸ਼ੁਦਾ ਚੂ ਜਾਮੂ ਬੰਦਗੀ ਨਾਮਾ ਸ਼ੁਦਾ ਜ਼ਾ ਨਾਮੂ। ਭਈ ਇਹ ਬੰਦਗੀ ਨਾਮਾ ਹੈ, ਤੈਨੂੰ ਮੈਂ ਜਿਹੜਾ ਪੇਸ਼ ਕਰਨਾ ਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥ 'ਚ ਲੈ ਕੇ ਉਸ ਬੰਦਗੀ ਨਾਮਾ ਦਾ ਨੂੰ ਕੱਟ ਕੇ ਜ਼ਿੰਦਗੀ ਨਾਮਾ ਕਰਤਾ, ਤੇ ਅੱਜ ਤੱਕ ਵੀ ਉਸ ਕਿਤਾਬ ਦਾ ਨਾਮ ਜ਼ਿੰਦਗੀ ਨਾਮਾ। ਜ਼ਿੰਦਗੀ ਨਾਮਾ। ਸੋ ਪ੍ਰੀਤ ਮੋਹਨ ਸਿੰਘ ਜੀ, ਮੈਂ ਪਲੀਜ਼ ਤੁਸੀਂ ਗੱਲ ਨੂੰ ਜਾਰੀ ਰੱਖੋ ਕਿਉਂਕਿ ਸਮਾਂ ਥੋੜਾ ਹੈ। ਮੈਂ ਸਰਦਾਰ ਪ੍ਰੀਤ ਮੋਹਨ ਸਿੰਘ ਕਪੂਰ ਜੀ ਬਾਰੇ ਵੀ ਗੱਲ ਕਰਨੀ ਹੈ, ਤੇ ਇਸ ਕਰਕੇ ਤੁਸੀਂ ਪਲੀਜ਼ ਇਹਨੂੰ ਕੰਪਲੀਟ ਕਰੋ ਜੀ। ਹਾਂਜੀ, ਉਹਨਾਂ ਨੇ ਜ਼ਿੰਦਗੀ ਨਾਮਾ ਉਸ ਦਿਨ ਕਿਤਾਬ ਲਿਖ ਕੇ ਰੱਖਤੀ ਕਿ ਇਹ ਜ਼ਿੰਦਗੀ ਕਿਸ ਤਰ੍ਹਾਂ ਬਿਤਾਈ ਜਾਏ, ਉਸਦਾ ਇਹ ਤਰੀਕਾ ਉਹਨਾਂ ਸਾਰੇ ਸ਼ੇਰਾਂ ਵਿੱਚ ਸੀਗਾ। ਉਹ ਇਹ ਅੱਜ ਤੱਕ ਇਹ ਤੇ ਉਹਨਾਂ ਦੇ ਹੋਰ ਜਿਹੜੇ 9 ਵਰਕਸ ਉਹਨਾਂ ਨੇ ਕੀਤੇ, ਅੱਜ ਤੱਕ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਭਾਈ ਗੁਰਦਾਸ ਜੀ ਬਾਣੀ, ਗੁਰੂ ਗ੍ਰੰਥ ਸਾਹਿਬ ਤੇ 3 ਬਾਣੀਆਂ ਪੜ੍ਹਨ ਦਾ ਹੁਕਮ ਦਿੱਤਾ ਹੈ। ਤੇ ਇਹ ਮੈਂ ਤੁਹਾਨੂੰ ਇਸ ਤੋਂ ਬਾਅਦ ਮੈਨੂੰ ਸਾਰੇ ਹੁਣ ਕਿਉਂਕਿ ਜੀ ਮੈਂ ਆਪ ਜੀ ਨੂੰ ਇੱਥੇ ਰੋਕ ਰਿਹਾ, ਤੇ ਇੱਥੇ ਮੈਂ ਆਪ ਜੀ ਨੂੰ ਗੱਲ ਜਾਣਨਾ ਚਾਹਾਂਗਾ। ਪ੍ਰੀਤ ਮੋਹਨ ਕਪੂਰ ਸਿੰਘ ਜੀ, ਆਪ ਚੰਡੀਗੜ੍ਹ ਤੋਂ ਮਕੈਨੀਕਲ ਇੰਜੀਨੀਅਰਿੰਗ ਕਰਕੇ ਫਿਰ ਉਸ ਤੋਂ ਬਾਅਦ ਲਗਾਤਾਰ ਆਪ ਜੀ ਆਪਣੀ ਯੋਗਤਾ ਦੇ ਅੰਦਰ ਵਾਧਾ ਕਰਦੇ ਰਹੇ, ਔਰ ਵਾਧਾ ਕਰਦੇ ਕਰਦੇ ਅੱਜ ਕੈਲੀਫੋਰਨੀਆ ਦੀ ਧਰਤੀ ਤੇ ਪਹੁੰਚੇ ਹੋ ਤੁਸੀਂ। ਔਰ ਇਸ ਦੇ ਨਾਲ ਆਪ ਜੀ ਦਾ ਪਰਿਵਾਰ ਪੂਰਨ ਗੁਰਸਿੱਖੀ ਵਿੱਚ ਆਪ ਜੀ ਸਰੂਪ ਵਿਚਕਾਰ ਵੀ ਔਰ ਵਿਚਾਰਾਂ 'ਚ ਵੀ ਪੂਰੀ ਤਰ੍ਹਾਂ ਆਪ ਸਮਰਪਿਤ ਹੋ। ਮੈਂ ਆਪ ਜੀ ਕੋ ਜਾਣਨਾ ਚਾਹਾਂਗਾ, ਇਹਦੇ ਸਫ਼ਰ ਨੂੰ ਬੜੇ ਸੰਖੇਪ ਵੀ ਦੱਸੋ, ਔਰ ਅੱਜ ਤੁਸੀਂ ਆਪਣੀ ਜਿਹੜੀ ਤੁਹਾਨੂੰ ਮਤਲਬ ਤੁਹਾਡੀ ਯੋਗਤਾ ਹੈ, ਤੁਹਾਡੀ ਪੜ੍ਹਾਈ ਹੈ, ਅਕੈਡਮਿਕ ਹੈ, ਉਸ ਦਾ ਤੁਸੀਂ ਕੀ ਫਾਇਦਾ ਲੋਕਾਂ ਨੂੰ ਦੇਣ ਜਾ ਰਹੇ ਹੋ। ਮੈਂ CD-ROM ਬਾਰੇ ਪੜ੍ਹਿਆ ਸੀ, ਮੈਂ ਹੋਰ ਵੀ ਪੜ੍ਹਿਆ, ਤੁਹਾਡੇ ਬਾਰੇ ਬਹੁਤ ਕੁਝ ਪੜ੍ਹਿਆ, ਲੇਕਿਨ ਮੈਂ ਚਾਹੁੰਦਾ ਕਿ ਵੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਇਹ ਦੱਸੀਏ ਕਿ ਉਸ ਪੀੜ੍ਹੀ ਨੇ ਨਾ ਕੇਵਲ ਵਿਰਾਸਤ ਨੂੰ ਸਾਂਭਿਆ, ਕੇਵਲ ਵਿਰਾਸਤ ਨੂੰ ਅੱਗੋਂ ਵੀ ਦੇਣ ਦਾ ਕੰਮ ਜਾਰੀ ਹੈ। ਆਪ ਜੀ ਕਿਰਪਾ ਕਰਕੇ, ਕਿਉਂਕਿ ਮੈਂ ਹੁਣ ਵਿਚਕਾਰ ਨਹੀਂ ਬੋਲਾਂਗਾ, ਕਿਉਂਕਿ ਮੈਂ ਤੁਹਾਡੇ ਕੋਲੋਂ ਸੁਣਨਾ ਚਾਹਾਂਗਾ ਔਰ ਅੰਤ ਵੀ ਤੁਹਾਡਾ ਧੰਨਵਾਦ ਕਰਾਂਗਾ। ਹਾਂਜੀ, ਡੈਫੀਨਿਟਲੀ ਮੈਂ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਕੇ ਜਦੋਂ ਮੈਂ 1991 ਵਿੱਚ ਕੈਲੀਫੋਰਨੀਆ ਪਹੁੰਚਿਆ, ਤੇ ਉੱਥੇ ਆ ਕੇ ਮੈਨੂੰ ਕੋਈ ਜੌਬ ਨਹੀਂ ਮਿਲੀ।
ਤੇ ਜੌਬ ਨਾ ਮਿਲਣ ਕਰਕੇ ਮੈਨੂੰ ਇੱਕ ਸਟੋਰ ਤੇ ਮੇਰੇ ਪਰਿਵਾਰ ਦਾ ਕੰਮ ਸੀ, ਉਹਨਾਂ ਨੇ ਇੱਕ ਮੈਨੂੰ ਸਟੋਰ ਲੈ ਦਿੱਤਾ ਤੇ ਮੈਂ ਸਟੋਰ ਦਾ ਕਨਵੀਨੀਅੰਸ ਸਟੋਰ ਦਾ ਕੰਮ ਕੀਤਾ ਪਹਿਲੇ 3 ਸਾਲ। ਉਹ ਜੀ ਕੰਮ ਕਰਨ ਦੇ ਨਾਲ ਮੈਂ ਖੁਸ਼ ਨਹੀਂ ਸੀ ਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਸੀ ਕੁਛ ਮੈਂ ਟੈਕਨੀਕਲ ਕੰਮ ਸਿੱਖ ਲਵਾਂ। ਤੇ ਮੈਨੂੰ ਖਿਆਲ ਆਇਆ ਕਿ ਇਸ ਜਿਹੜੀ ਗੁਰਬਾਣੀ ਹੈ, ਇਸ ਗੁਰਬਾਣੀ ਨੂੰ ਮੈਂ ਡਿਜੀਟਾਈਜ਼ ਕਰਾਂ ਤੇ ਜੀ ਇਸ ਦਾ ਮੈਂ ਬੀੜਾ ਸਿੱਖਾ। ਇੱਕ ਮੇਰੇ ਹੋਰ ਦੋਸਤ ਸੀ, ਮੇਰੇ ਪਾਰਟਨਰ ਵੀ ਕੰਮ ਦੇ ਸੀਗਾ ਜੀ, ਕੰਪਿਊਟਰ ਦਾ ਕੰਮ ਵੀ ਸ਼ੁਰੂ ਕਰਤਾ ਤੇ ਉਹਨਾਂ ਨਾਲ ਮਿਲ ਕੇ ਮੈਂ ਇਸ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੰਗਲਿਸ਼ ਟ੍ਰਾਂਸਲੇਸ਼ਨ ਉਹਦੀ ਸਾਰੀ ਡਿਜੀਟਾਈਜ਼ ਕੀਤੀ ਤੇ ਇੱਕ CD ਰਾਮ ਦੀ ਸ਼ੇਪ ਵਿੱਚ ਮੈਂ ਉਹਨੂੰ 1995 ਵਿੱਚ, ਜਿਹੜੀ ਕਾ ਇਹ ਪਹਿਲਾ ਵਰਤਾ ਸੀ ਕਿ ਸਾਲੇ ਆਲ ਓਵਰ ਵਰਲਡ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕੰਪਿਊਟਰ ਨਹੀਂ ਪਾਇਆ। ਮੇਰੀ ਸ਼ਿਕਾਇਤ ਵੀ ਹੋ ਗਈ, ਅਕਾਲ ਤਖਤ ਦੇ ਜਥੇਦਾਰ ਉਹਨਾਂ ਨੂੰ ਵੀ ਕਿਹਾ ਗਿਆ ਬਈ ਇਹ ਕੰਪਿਊਟਰ 'ਚ ਨਹੀਂ ਪੈਣੀ ਚਾਹੀਦੀ, ਕਿਉਂਕਿ ਇਹਦੇ ਪੈਣ ਦੇ ਨਾਲ ਲੋਕ ਪ੍ਰਿੰਟ ਆਊਟ ਕਰਨਗੇ ਤੇ ਪੈਰਾਂ 'ਚ ਆਏਗਾ ਤੇ ਬੇਅਦਬੀ ਹੋਏਗੀ। ਮੈਂ ਹੱਥ ਜੋੜ ਕੇ ਉਹਨਾਂ ਨੂੰ ਪੇਸ਼ ਹੋਇਆ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਬਈ ਇਸ ਦੇ ਨਾਲ ਅਸੀਂ ਜਦੋਂ ਸ਼ੁਰੂ ਗੁਰੂ ਗ੍ਰੰਥ ਸਾਹਿਬ ਬਣੇ, ਉਸ ਵੇਲੇ ਗੁਰੂ ਗ੍ਰੰਥ ਸਾਹਿਬ 4 ਪੋਥੀਆਂ ਬਣੀਆਂ, 4 ਹਿੱਸਿਆਂ ਸੀਗੇ। ਉਹਨਾਂ ਨੇ ਚਾਰਾਂ ਨੂੰ ਇਕੱਠਾ ਨਹੀਂ ਸੀ ਕਰ ਸਕਦੇ ਵੀ ਕਿਤੇ, ਤੁਹਾਨੂੰ ਪਤਾ ਹੀ ਹੈ। ਉਸ ਤੋਂ ਬਾਅਦ ਇਹ ਸੀਗੇ ਸਾਰੇ ਨਾਲ ਲੱਗੇ ਹੋਏ ਸੀ, ਫਿਰ ਉਹਨਾਂ ਨੇ ਵਰਡਸ ਨੂੰ ਅਲੱਗ-ਅਲੱਗ ਕੀਤਾ ਤੇ ਚੇਂਜਸ ਆਉਂਦੀਆਂ ਗਈਆਂ। ਮੈਂ ਜਿਹੜੀ ਸੀ ਦਾ ਮੇਰਾ ਮਕਸਦ ਏਮ ਸੀ ਕਿ ਸਾਰੇ ਦੁਨੀਆ ਦੇ ਨਜ਼ਰਾਂ ਵਿੱਚ ਪਹੁੰਚੇ, ਦੁਨੀਆ ਦੇ ਨਜ਼ਰ ਵਿੱਚ ਪਹੁੰਚ ਕੇ, ਤਾਂ ਕਿ ਉਹ ਮੈਂ ਅਗਰ ਪੰਜਾਬੀ ਵਿੱਚ ਹੀ ਕਰਦਾ ਰਹਿ ਗਿਆ ਤੇ ਗੱਲ ਔਰ ਕੰਪਿਊਟਰ ਤੇ ਨਾ ਗਿਆ ਤੇ ਨਹੀਂ ਪਹੁੰਚ ਸਕੇਗਾ। ਉਹ ਜਥੇਦਾਰ ਸਾਹਿਬ ਨੇ ਮੈਨੂੰ ਮੇਰੇ ਕੋਲ ਖੁਸ਼ ਹੋਏ, ਸ਼ਿਕਾਇਤਾਂ ਨੂੰ ਪਰੇ ਰੱਖਦੇ ਉਹਨਾਂ ਨੇ ਕਿਹਾ ਜੀ ਤੁਸੀਂ ਇਹ ਕੰਮ ਕਰਦੇ ਰਹੋ। ਉਹਨਾਂ ਨੇ 1995 ਚ ਕਰਤਾ। ਉਸ ਤੋਂ ਬਾਅਦ ਫਿਰ ਜਦੋਂ CD ਰਾਮ ਕੱਢੀ ਗਈ, ਉਸ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ, ਸਿੱਖ ਜੀਵਨੀਆਂ ਔਰ ਪ੍ਰੋਫੈਸਰ ਪੂਰਨ ਸਿੰਘ ਦੀ 12th ਮਾਸਟਰਸ ਬੁੱਕ ਹੈ, ਉਹ ਵੀ ਵਿੱਚ ਪਾਈ। 700 ਗੁਰਦੁਆਰਿਆਂ ਦੇ ਫੋਟੋ ਪਾਈਆਂ ਉਹਨਾਂ ਦੇ ਨਾਲ, ਜੇ ਬੜੀ ਵੱਡੀ ਗੱਲ ਸੀ। ਅੱਜ ਇਹ CD ਰਾਮ ਦੀ ਮੈਂ ਮੰਨਣਾ ਕੋਈ ਜ਼ਿਆਦਾ ਯੂਜ਼ਫੁਲਨੈਸ ਨਹੀਂ ਹੈਗੀ, ਲੇਕਿਨ ਇੱਕ ਤਰੀਕਾ ਕਿ ਇਹ ਸਾਰਾ ਕੁਝ ਕੰਪਿਊਟਰ ਚਲੇਗਾ। ਅਸੀਂ ਅੱਜ ਵੀ ਉਸੇ ਦੇਖਦੇ ਹਾਂ ਕਿ ਸਾਰਾ ਕੁਝ ਜੋ ਕੁਝ ਕੰਪਿਊਟਰ 'ਚ ਹੋ ਰਿਹਾ ਹੈ, ਬਟ ਇਟ ਸਟਾਰਟਡ ਫਰਮ ਦੈਟ ਡੇ ਇਨ 95 ਬਾਈ ਅਸ। ਵਾਹਿਗੁਰੂ ਦੀ ਬੜੀ ਮਿਹਰ ਹੈ। ਇਹ ਮਿਹਰ ਹੋਈ ਹੈ ਜੋ ਮੇਰੇ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਆਸ਼ੀਰਵਾਦ ਮੰਗਿਆ ਸੀ। ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਬੜੇ ਖੁਸ਼ ਹੋਏ ਤੇ ਉਹ ਕਹਿਣ ਲੱਗੇ ਕਿ ਬਈ ਤੇਰੇ 2 ਕਾਕੇ ਨੇ, 2 ਬੱਚੇ ਨੇ, ਮੁਲਤਾਨ ਵਿੱਚ ਉੱਥੇ ਕੋਈ ਦੇਖਣ ਵਾਲਾ ਨਹੀਂ, ਤੇ ਮੈਂ ਚਾਹਨਾ ਮੈਂ ਅੱਜ ਹੁਕਮਨਾਮਾ ਕੱਢਣਾ ਕਿ ਜਾ ਕੇ ਅੱਜ ਤੋਂ ਜਿਹੜੀ ਸੰਗਤ ਜਿਹੜਾ ਆਪਣਾ ਦਿੰਦੀ ਹੈ ਚੜਾਵਾ, ਉਹ ਸਾਰਾ ਮੁਲਤਾਨ ਸਾਈਡ ਦਾ ਸਾਰਾ ਉਹਨਾਂ ਕੋਲ ਦਿੱਤਾ ਜਾਵੇ, ਮੈਨੂੰ ਪ੍ਰਵਾਨ ਹੋਏਗਾ। ਤੇ ਉਹਨਾਂ ਨੇ ਹੱਥ ਬੰਨ ਕੇ ਅਰਦਾਸ ਕੀਤੀ, ਗੁਰੂ ਸਾਹਿਬ ਕਿ ਮੈਂ ਬੜਾ ਸਾਰਾ ਪੈਸਾ, ਔਰ ਮੇਰੇ ਬਜ਼ੁਰਗਾਂ ਤੋਂ ਮੈਨੂੰ ਬੜਾ ਪੈਸਾ ਮਿਲਿਆ ਹੈ ਔਰ ਮੈਂ ਬੜਾ ਕਮਾਇਆ ਵੀ ਹੈ, ਉਹਨਾਂ ਨੂੰ ਕੋਈ ਕਿਸੇ ਗੱਲ ਦੀ ਤਕਲੀਫ ਨਹੀਂ। ਮੈਂ ਨਹੀਂ ਚਾਹੁੰਦਾ ਕਿ ਕੋਈ ਉਹਨਾਂ ਨੂੰ ਮੁਫਤ ਪੈਸੇ ਮਿਲਣ, ਤਾਂ ਕਿ ਉਹ ਅੱਗੋਂ ਆਪਣੀ ਤਰੱਕੀ ਪੜ੍ਹਨ ਗੁਣਨ ਨਹੀਂ ਤੇ ਕੰਮ ਨਾ ਕਰਨ। ਉਹ ਪੜ੍ਹਨ, ਪੜ੍ਹਾਈ ਕਰਨ ਤੇ ਨੇਕੀ ਕਰਨ, ਕਿਰਤ ਕਰਨ ਤੇ ਲੋਕਾਂ ਦੀ ਸੇਵਾ ਕਰਨ। ਇਹ ਮੈਂ ਚਾਹਨਾ। ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਬਈ ਧੰਨ 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 ਭਾਈ ਸਾਹਿਬ, ਧੰਨ ਧੰਨ। ਤੇ ਇਹ ਜਿਹੜੀ ਸ਼ਾਇਦ ਇਹ ਸ਼ਕਤੀ, ਇਹ ਜਿਹੜੀ ਪਾਵਰ ਹੈ, ਇਹ ਜਿਹੜੀ ਸਾਨੂੰ ਮਿਲੀ ਹੋਈ ਸੀ, ਇਹ ਸਾਡੇ ਤੇ ਉਸ ਆਸ਼ੀਰਵਾਦ ਦਾ ਦੇਣ ਹੈ, ਜਿਸ ਕਰਕੇ ਮੈਂ ਤਾਂ ਕੋਈ ਇੰਨਾ ਵੱਡਾ ਇੰਜੀਨੀਅਰ ਵੀ ਨਹੀਂ ਸੀ, ਮੈਂ ਇੰਨਾ ਵੱਡਾ ਕੋਈ ਰਿਲੀਜੀਅਸ ਬੰਦਾ ਵੀ ਨਹੀਂ ਸੀ। ਮੈਂ ਸਾਦਾ, ਇੱਕ ਸਾਦਗੀ ਵਿੱਚ ਇੱਕ ਘਰ ਵਾਲਿਆਂ ਨੇ ਸਿਖਾਤਾ, ਬੱਚਾ ਤੂੰ ਇੱਕ ਜਪਜੀ ਸਾਹਿਬ ਕੀਤਾ ਕਰ, ਬਸ ਇੱਕ ਰਹਿਰਾਸ ਸਾਹਿਬ ਕੀਤਾ ਕਰ, ਮੱਥਾ ਟੇਕਿਆ ਕਰ, ਬਾਬਾ ਜੀ ਦਾ ਪਾਠ ਕੀਤਾ ਕਰ, ਹੋਰ ਉਹਨਾਂ ਨੇ ਸਾਨੂੰ ਕੁਝ ਦੱਸਿਆ ਨਹੀਂ।
ਉਸ ਨੂੰ ਲੜ ਲਾਇਆ। ਜਦ ਦੇ ਵੱਡੇ ਹੋਏ ਅੱਜ ਤੱਕ ਇਹ ਗੱਲ ਅਸੀਂ ਕਦੇ ਆਈ, ਇਹ ਗੱਲ ਮੈਂ ਆਪਣੇ ਬੱਚੇ ਨੂੰ ਸਿਖਾਈ। ਮੇਰੇ ਇੱਕ ਹੀ ਬੱਚਾ ਹੈ, ਉਹਦਾ ਨਾਂ ਸ਼ਾਇਦ ਸਾਰੇ ਜਦ ਜਾਣਦੇ ਨੇ, ਉਹ ਕੀਰਤਨ ਕਰਦਾ ਹੈ। ਤੇ ਹਾਲਾਂਕਿ ਇਥੋਂ ਬਰਕਲੇ ਪੜ੍ਹ ਕੇ ਔਰ ਉਹਨੇ MBA ਸ਼ਿਕਾਗੋ ਤੋਂ ਕਰਕੇ ਵੱਡੀ ਨੌਕਰੀ ਤੇ ਲਗਾਇਆ ਸੀ, ਵਾਲ ਸਟਰੀਟ ਵਿੱਚ ਕੰਮ ਕੀਤਾ, ਫਿਰ ਵੀ ਕੀਰਤਨ ਕਰਦਾ ਹੈ। ਆਪਣਾ ਜਿਹੜਾ ਆਪਣਾ ਪਰਸਨਲ ਟਾਈਮ ਹੈ, ਰਾਤ ਦੇ 2 ਵਜੇ ਤੱਕ ਵੀ ਕੀਰਤਨ ਕਰਕੇ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕਰਕੇ ਸਾਰੀ ਦੁਨੀਆ ਨੂੰ ਸੁਣਾਉਂਦਾ ਹੈ। ਇਹ ਉਹਦੀ ਸੇਵਾ ਦਾ ਹੈ। ਸਾਨੂੰ ਸੇਵਾ ਚਲਦੀ ਆ ਰਹੀ ਹੈ। ਮੇਰਾ ਹੁਣ ਪੋਤਾ ਹੁਣ 16-17 ਸਾਲ ਦਾ ਹੈ। ਮੈਂ ਚਾਹਨਾ ਕਿ ਉਹ ਵੀ ਸਾਨੂੰ ਇਸ ਤਰ੍ਹਾਂ ਫਾਲੋ ਕਰਦਾ ਰਹੇ, ਆਪਣੇ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕੇ ਤੇ ਬਾਬਾ ਜੀ ਦੀ ਆਸ਼ੀਰਵਾਦ ਜਿਹੜੇ ਗੁਰੂ ਦੇ ਮਿਲੇ ਹੋਏ ਨੇ ਉਹਨਾਂ ਨੂੰ ਫਾਲੋ ਕਰਦਾ ਰਹੇ। ਤੇ ਸੋ ਮੈਂ ਇਹ ਗੱਲ ਹੈ। ਸਰਦਾਰ ਪ੍ਰੀਤਮੋਹਨ ਜੀ ਕਪੂਰ ਜੀ, ਸਰਦਾਰ ਪ੍ਰੀਤਮੋਹਨ ਸਿੰਘ ਕਪੂਰ ਜੀ, ਮੈਂ ਕੋਲੋਂ ਖਿਮਾ ਮੰਗ ਰਿਹਾ ਕਿਉਂਕਿ ਅੱਜ ਦਾ ਇੰਟਰਵਿਊ ਦਾ ਸਮਾਂ ਸਮਾਪਤ ਹੋ ਰਿਹਾ, ਲੇਕਿਨ ਇਸ ਗੱਲ ਤੇ ਮੈਂ ਤੁਹਾਡੇ ਕੋਲ ਵਾਅਦਾ ਲਵਾਂਗਾ ਕਿ ਅਸੀਂ ਇਹ ਗੱਲਬਾਤ ਦਾ ਸਿਲਸਿਲਾ ਅੱਗੋਂ ਫਿਰ ਕੜੀਆਂ ਦੇ ਵਿੱਚ ਜਾਰੀ ਰੱਖਾਂਗੇ ਔਰ ਨੰਦ ਲਾਲ ਜੀ ਦੀ ਜਿਹੜੀ ਨਿਰੰਤਰਤਾ ਵੀ, ਉਸ ਨਿਰੰਤਰਤਾ ਨੂੰ ਇਹ ਪਰਿਵਾਰ ਅੱਗੇ ਵਧਾਈ। ਆਪ ਜੀ ਦਾ ਬੇਟਾ, ਆਪ ਜੀ ਦਾ ਪੋਤਾ, ਇਹ ਇਸ ਤਰ੍ਹਾਂ ਹੀ ਪੀੜ੍ਹੀ ਦਰ ਪੀੜ੍ਹੀ ਜਿਹੜੀ ਹੈ ਵਿਰਾਸਤ ਜਿਹੜੀ ਹੈ ਉਹ ਜਾਂਦੀ ਰਹੇਗੀ ਔਰ ਆਪ ਜੀ ਉਸ ਨੂੰ ਸੇਵਾ ਕਰਦੇ ਰਹੋਗੇ। ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ, ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਔਰ ਨਾਲ ਜਿਹੜੇ ਸਾਡੇ ਮਹਿਮਾਨ ਭਾਈ ਨੰਦ ਲਾਲ ਜੀ ਦੀ 9ਵੀਂ ਪੀੜ੍ਹੀ ਸਰਦਾਰ ਪ੍ਰੀਤਮੋਹਨ ਸਿੰਘ ਜੀ ਕਪੂਰ, ਜਿਹੜੇ ਕਿ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਹੋਏ ਸਨ। ਅੱਜ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਨੇ, ਇਤਿਹਾਸ ਦੇ ਵਾਕਿਆ ਸਾਨੂੰ ਲਿਖੇ ਹੋਏ ਕਦੀ ਕਿਤੇ ਲੱਭਣਗੇ ਨਹੀਂ, ਲੇਕਿਨ ਉਹ ਵਰਕੇ ਅੱਜ ਉਹਨਾਂ ਖੋਲੇ ਨੇ। ਅਸੀਂ ਇਹਨਾਂ ਕੋਲ ਫਿਰ ਸਮਾਂ ਲਵਾਂਗੇ। ਦਿਓ ਇਜਾਜ਼ਤ, ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਨਵੇਂ ਮਹਿਮਾਨ ਦੇ ਨਾਲ ਫਿਰ ਮਿਲਾਂਗੇ। ਕਰੀਏ ਦਿਲ ਦੀਆਂ ਗੱਲਾਂ ਦਾ ਵਿਚਕਾਰ। ਤੋਂ ਕਿਰਪਾ ਕਰਕੇ ਇਸ ਪ੍ਰੋਗਰਾਮ ਨੂੰ ਆਪ ਜ਼ਰੂਰ ਦੇਖੋ, YouTube, Facebook ਤੇ, ਔਰ ਇਹ ਪ੍ਰੋਗਰਾਮ TV ਤੇ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਤੇ ਵੀ ਆਉਂਦਾ ਹੈ ਔਰ ਸਿੱਖੀ ਚੈਨਲ ਦੇ ਉੱਤੇ ਵੀ ਇਹ ਜਿਹੜਾ ਪ੍ਰੋਗਰਾਮ ਹੈ ਦਿਖਾਇਆ ਜਾਂਦਾ ਹੈ। ਤੋਂ ਕਿਰਪਾ ਕਰਕੇ ਦਿਓ ਇਜਾਜ਼ਤ, ਫਿਰ ਮਿਲਾਂਗੇ ਅਗਲੇ ਮਹਿਮਾਨ ਦੇ ਨਾਲ। ਤਦ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।